ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਾਂ ਕੁਲਦੀਪ। ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਪ੍ਰਗਟ ਸਿੰਘ ਵੱਲੋਂ 10 ਤਰੀਕ ਦਾ ਜੋ ਸਮਾਂ ਦਿੱਤਾ ਗਿਆ ਸੀ, ਪਰ 10 ਤਰੀਕ ਦੇ ਵਿੱਚ ਕੋਈ ਨੋਟੀਫਿਕੇਸ਼ਨ ਜੋ ਜਾਰੀ ਨਹੀਂ ਕੀਤਾ ਗਿਆ। ਅੱਜ ਤੜਕੇ ਤੜਕੇ ਅਧਿਆਪਕਾਂ ਵੱਲੋਂ ਪ੍ਰਗਟ ਸਿੰਘ ਦੀ ਕੋਠੀ ਦਾ ਜੋ ਘਿਰਾਓ ਕੀਤਾ ਗਿਆ ਹੈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ, ਅਧਿਆਪਕ ਸਵੇਰੇ ਸਵੇਰੇ ਜੋ ਕੋਠੀ ਦਾ ਘਿਰਾਓ ਜੋ ਕਿ ਉਹਨਾਂ ਨੇ ਕਰ ਲਿਆ ਹੈ। ਹਾਏ 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 ਦਿੱਲੀ ਸਰਕਾਰ ਮੁਰਦਾਬਾਦ 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 ਪ੍ਰਗਟ ਸਿੰਘ ਗੱਪੀ ਮੁਰਦਾਬਾਦ 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 ਪ੍ਰਗਟ ਸਿੰਘ ਗੱਪੀ ਲਾਰੇ ਲਾਉਣ ਵਾਲਾ ਮੁਰਦਾਬਾਦ 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 ਝੂਠਾ ਮੰਤਰੀ ਮੁਰਦਾਬਾਦ 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 ਜੋ ਸਿੱਖਿਆ ਮੰਤਰੀ ਵੱਲੋਂ 10 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਨੋਟੀਫਿਕੇਸ਼ਨ ਜਾਰੀ ਕਰਨ ਨੂੰ, ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਅੱਜ ਤੁਹਾਡੀ ਕੀ ਰਣਨੀਤੀ ਰਹੇਗੀ? ਮੈਂ ਅਮਨਦੀਪ ਸੇਖਾ ਜੀ, ਬੀਏ ਟੈਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ। ਜਿੱਦਾਂ ਦੱਸ ਦਈਏ ਕਿ ਅਸੀਂ ਬੀਤੇ ਸਮੇਂ 'ਚ ਜਿੱਦੇ 24-25 ਤਰੀਕ ਨੂੰ ਇੱਥੇ ਇਹਨਾਂ ਦੀ ਕੋਠੀ ਦਾ ਦਰਵਾਜ਼ਾ ਮੱਲਿਆ ਸੀ, 2 ਦਿਨ ਮੱਲੀ ਰੱਖਿਆ। ਉਸ ਤੋਂ ਬਾਅਦ ਫਿਰ ਅਸੀਂ 4 ਤਰੀਕ ਨੂੰ ਸੀ ਜਿਹੜਾ ਇਹਨਾਂ ਦੀ ਕੋਠੀ ਪਹੁੰਚੇ ਸਵੇਰੇ ਸਵੇਰੇ। ਇੱਥੋਂ ਇਹਨਾਂ ਨੇ ਮੰਤਰੀ ਸਾਹਿਬ ਨੇ ਬਾਹਰ ਆ ਕੇ ਸਾਨੂੰ ਭਰੋਸਾ ਵੀ ਦਿੱਤਾ ਸੀ ਕਿ ਤੁਸੀਂ ਮੇਰੇ ਕੋਲ ਮੰਡੇ ਤੱਕ ਚੰਡੀਗੜ੍ਹ ਆਓ, ਜਿਹੜੀਆਂ ਤੁਹਾਡੀਆਂ ਪੋਸਟਾਂ ਦੀ ਮਿਣਤੀ ਹੈ ਉਹ ਦੱਸ ਦਿੱਤੀ ਜਾਏਗੀ, ਔਰ 10 ਤਰੀਕ ਤੱਕ ਜਿਹੜਾ ਤੁਹਾਡਾ ਇਸ਼ਤਿਹਾਰ ਹੈ ਪੋਸਟਾਂ ਦਾ ਉਹ ਜਾਰੀ ਕਰ ਦਿੱਤਾ ਜਾਏਗਾ। ਪਰ ਬਿਲਕੁਲ ਨਿਰਾ ਝੂਠ ਸੀ, ਕਿਉਂਕਿ ਅਸੀਂ 2 ਦਿਨ ਉੱਥੇ ਖੱਜਲ ਖਵਾਰ ਹੁੰਦੇ ਰਹੇ ਹਾਂ ਚੰਡੀਗੜ੍ਹ। ਨਾ ਤਾਂ ਸਾਨੂੰ DGSC ਜਿਹੜਾ ਇਹਨਾਂ ਨੇ ਅਪੁਆਇੰਟ ਕੀਤੇ ਹੋਏ, ਜਿਨ੍ਹਾਂ ਕੋਲ ਭੇਜਿਆ ਸੀ ਇਹਨਾਂ ਨੇ, ਉੱਥੇ ਸਾਡੀ ਕੋਈ ਸੁਣਵਾਈ ਹੋਈ ਹੈ, ਨਾ ਕੋਈ ਉੱਥੇ DPI ਮਿਲਿਆ ਸਾਨੂੰ। ਬਾਰ-ਬਾਰ ਇਹਨਾਂ ਨੇ ਜਿਹੜਾ ਨੰਬਰ ਵੀ ਸਾਨੂੰ ਦਿੱਤਾ ਮੋਬਾਈਲ ਨੰਬਰ, ਅਸੀਂ ਉਹ 'ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਵਿਚ ਆਫ ਹੁੰਦਾ ਰਿਹਾ। ਇਹਨਾਂ ਦੇ PA ਅੰਕਿਤ ਜੀ ਨਾਲ ਗੱਲਬਾਤ ਹੋਈ ਹੈ, ਪਰ ਸਾਡਾ ਕੋਈ ਹੱਲ ਨਹੀਂ ਹੋਇਆ ਹੁਣ ਤੱਕ, ਕਿਉਂਕਿ ਜਿੱਦਾਂ ਇਹਨਾਂ ਦਾ ਅਸੀਂ ਤਾਂ ਲਾਰਾ ਹੀ ਕਹਾਂਗੇ, ਕਿਉਂਕਿ ਇਹਨਾਂ ਨੇ ਸਿਰਫ ਆਪਣੇ ਦਰਵਾਜ਼ੇ ਤੋਂ ਸਾਨੂੰ ਭੇਜਣ ਦੇ ਮਾਰਿਆਂ ਨੇ ਇੱਥੇ ਸਾਡੇ ਨਾਲ ਇੱਕ ਧੋਖਾ ਕੀਤਾ ਕਿ ਜੀ ਤੁਹਾਡਾ 10 ਤਰੀਕ ਤੱਕ ਇਸ਼ਤਿਹਾਰ ਆ ਜਾਏਗਾ। ਹੁਣ ਪਰ ਅਸੀਂ ਆਪਣੀ ਜਿੱਦ 'ਤੇ ਪੂਰਾ ਡਟੇ ਹੋਏ ਹਾਂ। ਅਸੀਂ ਜਿੰਨਾ ਟਾਈਮ ਸਾਡੀਆਂ ਜਿਹੜੀਆਂ ਪੋਸਟਾਂ ਦਾ ਇਸ਼ਤਿਹਾਰ ਹੈ, SST ਹਿੰਦੀ ਪਰ ਪੰਜਾਬੀ ਦੀਆਂ 9000 ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਹੁੰਦਾ, ਅਸੀਂ ਤਦ ਤੱਕ ਇਹਨਾਂ ਦੀ ਕੋਠੀ ਦੇ ਬਾਹਰ ਡਟੇ ਰਹਾਂਗੇ। ਅਸੀਂ ਉਸ ਦਿਨ ਸ਼ਾਂਤਮਈ ਆਏ ਸੀ, ਪਰ ਅੱਜ ਸਾਡੇ ਸਾਥੀਆਂ 'ਚ ਰੋਸ਼ਾ ਦੇਖ ਸਕਦੇ ਹੋ, ਪਿੱਛੇ ਨਾਅਰੇਬਾਜ਼ੀ ਸ਼ੁਰੂ ਕਰਤੀ ਹੈ ਉਹਨਾਂ ਨੇ। ਅਸੀਂ ਉਹਨਾਂ ਸਮਾਂ ਇੱਥੋਂ ਨਹੀਂ ਹਿੱਲਾਂਗੇ ਜਿੰਨਾ ਸਮਾਂ, ਕਿਉਂਕਿ ਸਾਡੇ ਸਾਥੀ ਜਿਹੜਾ ਮਨੀਸ਼ ਫਾਜ਼ਿਲਕਾ ਟੈਂਕੀ 'ਤੇ ਚੜ੍ਹੇ ਔਰ ਜਸਵੰਤ ਘਬਾਇਆ, ਉਹਨਾਂ ਦੀ ਹਾਲਤ ਦਿਨ ਪ੍ਰਤੀ ਦਿਨ ਜਿਹੜੀ ਵਿਗੜਦੀ ਜਾ ਰਹੀ ਹੈ। ਸਰਕਾਰ ਇਸ ਪ੍ਰਤੀ ਸੁਹਿਰਦ ਨਹੀਂ ਹੈਗੀ, ਬਿਲਕੁਲ ਸਾਡੇ ਸਾਥੀ ਦੀ ਕੋਈ ਸਾਰ ਨਹੀਂ ਲੈ ਰਹੀ। ਤਾਂ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੂਗਾ ਇਹਨਾਂ ਦੀ ਕੋਠੀ ਦੇ ਬਾਹਰ, ਜਿੰਨਾ ਸਮਾਂ ਸਾਡੀਆਂ ਪੋਸਟਾਂ ਦਾ ਜਿਹੜਾ ਇਸ਼ਤਿਹਾਰ ਹੈ ਉਹ ਜਾਰੀ ਨਹੀਂ ਹੁੰਦਾ। ਅੱਜ ਦੀ ਤੁਹਾਡੀ ਕੀ ਰਣਨੀਤੀ ਰਹੇਗੀ? ਸਾਡੇ ਪੂਰੇ ਪੰਜਾਬ 'ਚੋਂ ਅੱਜ ਸਾਥੀ ਹੋਰ ਵੀ ਪਹੁੰਚ ਰਹੇ, ਫਿਲਹਾਲ ਜਿੰਨੇ ਸਾਡੇ ਸਾਥੀ ਪਹੁੰਚੇ ਆ। ਅਸੀਂ ਜਿੱਦਾਂ ਤੁਹਾਨੂੰ ਦੱਸਿਆ ਕਿ ਜਿੰਨਾ ਸਮਾਂ ਸਾਡੇ ਕੋਲ ਆ ਕੇ ਨੋਟੀਫਿਕੇਸ਼ਨ ਨਹੀਂ ਦਿੰਦੇ, ਸਾਡਾ ਨੋਟੀਫਿਕੇਸ਼ਨ ਅੱਜ ਅਸੀਂ ਜਾਰੀ ਕਰਵਾ ਕੇ ਹਿੱਲਾਂਗੇ ਇੱਥੋਂ। ਅਸੀਂ ਇਹਨਾਂ ਦੀ ਕੋਠੀ ਦਾ ਦਰਵਾਜ਼ਾ ਜਿਹੜਾ ਹੈ ਮੱਲੀ ਰੱਖਾਂਗੇ। ਪਿਛਲੀ ਵਾਰ ਮੰਤਰੀ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਇਹਨੇ ਤੜਕੇ ਆਉਣ ਦੀ ਜ਼ਰੂਰਤ ਨਹੀਂ ਸੀ, ਦਿਨੇ ਦਿਨ ਆ ਜਾਂਦੇ, ਮੈਂ ਗੱਲ ਸੁਣ ਲਾਂਗਾ। ਅੱਜ ਤੁਸੀਂ ਫਿਰ ਤੜਕੇ ਮੋਰਚਾ ਮਾਰਿਆ ਹੈ, ਕੀ ਕਾਰਨ ਹੈ? ਸਰ ਪਹਿਲਾਂ ਦੱਸ ਕੇ ਹਟਿਆ ਮੈਂ ਤੁਹਾਨੂੰ ਕਿ ਸਿਰਫ ਉਹ ਝੂਠਾਂ ਦੀ ਪਾਂਡਾ, ਲਾਰਿਆਂ ਦੀ ਪਾਂਡਾ ਪ੍ਰਗਟ ਸਿੰਘ ਨੂੰ। ਅਸੀਂ ਕਿਤੇ ਨਾ ਕਿਤੇ ਇਹ ਸੋਚਦੇ ਸੀ ਕਿ ਪ੍ਰਗਟ ਸਿੰਘ ਜੀ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਨੇ, ਸਾਡੀਆਂ ਮੰਗਾਂ ਮਸਲੇ ਸੁਣਨਗੇ। ਜਿੱਦਾਂ ਉਸ ਦਿਨ ਵੀ ਮੀਡੀਆ 'ਚ ਆ ਕੇ ਉਹਨਾਂ ਨੇ ਬਾਹਰ ਆ ਕੇ ਇੱਕ ਆਪਣਾ ਜਿਹੜਾ ਅਸੀਂ ਕਹਾਂਗੇ ਲੁੰਬੜ ਚਾਲ ਚੱਲੀ ਸੀ ਕਿ ਮੇਰੇ ਦਰਵਾਜ਼ੇ ਤੋਂ ਹੀ ਚਲੇ ਜਾਣ, ਜਿਹੜੇ ਬੇਰੁਜ਼ਗਾਰ ਨੇ ਮੇਰਾ ਦਰਵਾਜ਼ਾ ਮੱਲੀ ਬੈਠੇ ਆ। ਅਗਰ ਉਹਨਾਂ ਨੂੰ ਇੰਨੀ ਦਰਦ ਸੀ ਤਾਂ ਅਸੀਂ ਚੰਡੀਗੜ੍ਹ 2 ਦਿਨ ਰੁਲਦੇ ਰਹੇ ਹਾਂ, ਤਾਂ ਨਾ ਤਾਂ ਸਾਡੀ ਉੱਥੇ ਕੋਈ ਸੁਣਵਾਈ ਹੋਈ ਹੈ, ਔਰ ਉਹਨਾਂ ਦੇ ਕਹਿਣ ਮੁਤਾਬਕ ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਜਲਦੀ ਜਿਹੜਾ 10 ਤਰੀਕ ਤੱਕ ਜਿਹੜਾ ਤੁਹਾਡੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰ ਦਾਂਗੇ, ਨਾ ਹਾਲੇ ਤੱਕ ਉਹ 'ਤੇ ਕੋਈ ਪੈਰਵਾਈ ਹੋਈ ਹੈ। ਤਾਂ ਸਿਰਫ ਇਹਨਾਂ ਨੇ ਜਿਹੜਾ ਹੈ ਸਾਨੂੰ ਲਾਰਾ ਲਾ ਕੇ ਇੱਥੋਂ ਆਪਣੇ ਦਰਵਾਜ਼ੇ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅੱਜ ਸਾਡੇ ਸਾਥੀ ਬਜਿੱਦ ਨੇ, ਅਸੀਂ ਉਹਨਾਂ ਸਮਾਂ ਡਟੇ ਰਹਾਂਗੇ ਜੀ। ਕੱਲ੍ਹ ਵੀ ਮਾਨਸਾ ਦੇ ਵਿੱਚ ਮੁੱਖ ਮੰਤਰੀ ਚੰਨੀ ਦੀ ਰੈਲੀ ਦੇ ਵਿੱਚ ਅਧਿਆਪਕਾਂ ਦੇ ਉੱਪਰ ਲਾਠੀਚਾਰਜ ਹੋਇਆ, ਪਸ਼ੂ ਵਾਂਗ ਕੁੱਟਿਆ ਗਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰ ਇਹ ਤਾਂ ਸਾਡੀ ਜਥੇਬੰਦੀ ਵੱਲੋਂ ਮਤਲਬ ਕਿ ਸ਼ੁਰੂ ਤੋਂ ਹੀ ਐਲਾਨ ਕੀਤਾ ਹੋਇਆ, ਪਹਿਲਾਂ ਕੈਪਟਨ ਸਰਕਾਰ ਵੇਲੇ ਜਦੋਂ ਕੈਪਟਨ ਮੁੱਖ ਮੰਤਰੀ ਸੀਗਾ, ਵੀ ਕਿਉਂਕਿ ਜਿੱਥੇ ਵੀ ਇਹਨਾਂ ਦੇ ਕਿਤੇ ਮੰਤਰੀ ਵਿਧਾਇਕ ਆਉਣਗੇ ਪਬਲਿਕਲੀ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ, ਕਿਉਂਕਿ ਕੈਪਟਨ ਸਰਕਾਰ ਨੇ ਜਿਹੜਾ ਘਰ ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਬੇਰੁਜ਼ਗਾਰੀ ਭੱਤੇ ਦੀ ਗੱਲ ਕੀਤੀ ਸੀ, ਜਾਂ ਪੰਜਾਬ ਦੇ ਅਨੇਕਾਂ ਹੋਰ ਜਿਹੜੇ ਐਲਾਨ ਕੀਤੇ ਸੀ ਉਹਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਤਾਂ ਉਹ ਯਾਦ ਕਰਵਾਉਣ ਦੇ ਲਈ ਅਸੀਂ ਇਹਨਾਂ ਨੂੰ ਹਰ ਜਗ੍ਹਾ ਪਹਿਲਾਂ ਵੀ ਘੇਰਦੇ ਰਹੇ ਹਾਂ। ਔਰ ਜਦੋਂ ਦੇ ਚਰਨਜੀਤ ਚੰਨੀ ਮੁੱਖ ਮੰਤਰੀ ਬਣਿਆ, ਔਰ ਅਸੀਂ ਦੱਸ ਦਈਏ ਕਿ ਅਸੀਂ ਪਹਿਲਾਂ ਫਾਜ਼ਿਲਕਾ ਦੇ ਵਿੱਚ ਵੀ, ਬਰਨਾਲੇ ਦੇ ਵਿੱਚ ਵੀ, ਵੱਖ-ਵੱਖ ਜਗ੍ਹਾ 'ਤੇ ਜਿੱਥੇ ਵੀ ਇਹ ਜਾਂਦੇ ਆ, ਅਸੀਂ ਇਹਨਾਂ ਦਾ ਘਿਰਾਓ ਕਰਕੇ ਇਹਨਾਂ ਤੋਂ ਜਿਹੜੇ ਇਹਨਾਂ ਦੇ ਵਾਅਦੇ ਸੀ, ਚੋਣ ਵਾਅਦੇ ਸੀ, ਉਹ ਅਸੀਂ ਇਹਨਾਂ ਨੂੰ ਬਾਰ-ਬਾਰ ਯਾਦ ਕਰਵਾਉਂਦੇ ਹਾਂ। ਔਰ ਅੱਗੇ ਵੀ ਇਹ ਸਾਡੀ ਚੇਤਾਵਨੀ ਹੈ ਕਿ ਜਿੱਥੇ ਕਿਤੇ ਵੀ ਆਣਗੇ, ਹਾਲਾਂਕਿ ਸਰਕਾਰ ਜਿਹੜਾ ਹੈ ਇਹ ਕਹਿੰਦੇ ਆ ਜੀ ਅਸੀਂ ਲੋਕਾਂ ਦੀ ਸਰਕਾਰ ਹੈ, ਚੰਨੀ ਸਾਹਿਬ ਕਹਿੰਦੇ ਮੈਂ ਲੋਕਾਂ ਦਾ, ਅਗਰ ਲੋਕਾਂ ਦੇ ਸਾਨੂੰ ਬਿਠਾ ਕੇ ਗੱਲ ਕਰਨ, ਇਹਨਾਂ ਨੇ ਉੱਥੇ ਸਾਨੂੰ ਪਸ਼ੂਆਂ ਵਾਂਗ ਕੁੱਟਿਆ। ਪਹਿਲਾਂ ਵੀ ਸਾਡੇ ਨਾਲ ਸਾਡੇ ਸਾਥੀਆਂ ਨਾਲ ਦੱਸਿਆ ਜਾਵੇ ਕਿ ਮਹਿਲ ਕਲਾਂ ਦੇ ਵਿੱਚ, ਬਰਨਾਲੇ ਦੇ ਵਿੱਚ ਅਸੀਂ ਖੁਦ ਸੀਗੇ, ਉੱਥੇ ਸਾਨੂੰ ਸਾਡਾ ਜਿਹੜਾ ਮੂੰਹ ਨੋਚ ਕੇ ਪੁਲਿਸ ਵੱਲੋਂ ਧੱਕੇ ਨਾਲ ਉੱਥੋਂ ਸਾਨੂੰ ਹਟਾਇਆ ਗਿਆ ਸੀ ਕਿ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਾ ਕਿ ਇਹ ਕਿ ਲੋਕ ਕਿਸ ਵਾਸਤੇ ਮੁਰਦਾਬਾਦ ਕਰਦੇ ਆ, ਕਿਉਂ ਆ ਰਹੇ ਨੇ।
ਬਜਾਏ ਇਸ ਦੇ ਉਹਨਾਂ ਦੇ ਮੰਗਾਂ ਮਸਲੇ ਸੁਣਨ ਦੀ ਬਜਾਏ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਵੀ ਬਹੁਤ ਬੁਰੀ ਤਰ੍ਹਾਂ ਜਿਹੜਾ ਮਾਨਸਾ ਦੇ ਵਿੱਚ ਹੈ ਸਾਡੇ ਸਾਥੀਆਂ ਤੇ ਲਾਠੀਚਾਰਜ ਹੋਇਆ ਜੀ। ਅਸੀਂ ਇਹਦੀ ਬਹੁਤ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ, ਕਿਉਂਕਿ ਹੱਕ ਮੰਗਦੇ ਲੋਕਾਂ ਦਾ ਜਿਹੜੀ ਆਵਾਜ਼ ਆ ਉਹ ਡੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਵਾਰ-ਵਾਰ। ਪਰ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਅੱਗੇ ਵੀ ਕਿਤੇ ਵੀ ਪ੍ਰਗਟ ਸਿੰਘ ਨੂੰ ਵੀ ਚੇਤਾਵਨੀ ਹੈ ਕਿ ਕਿਤੇ ਵੀ ਇਹ ਜਿਹੜਾ ਆਪਣਾ ਪਬਲਿਕਲੀ ਪ੍ਰੋਗਰਾਮ ਕਰਨਗੇ ਆਪਦੇ ਹਲਕੇ ਦੇ ਵਿੱਚ ਜਾਂ ਕਿਤੇ ਵੀ ਪੰਜਾਬ ਦੇ ਕਿਸੇ ਵੀ ਕੋਨੇ 'ਚ ਜਾਣਗੇ ਤਾਂ ਅਸੀਂ ਇਹਨਾਂ ਦਾ ਪੁਰਜ਼ੋਰ ਜਿਹੜਾ ਵਿਰੋਧ ਕਰਾਂਗੇ। ਨਾਰੇ ਲਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਨਾਰੇ ਲਾਉਣੇ ਬੰਦ ਕਰੋ ਬੰਦ ਕਰੋ ਸਿੱਖਿਆ ਮੰਤਰੀ ਹਾਏ ਹਾਏ ਪ੍ਰਗਟ ਸਿੰਘ ਮੁਰਦਾਬਾਦ ਸਿੱਖਿਆ ਮੰਤਰੀ ਹਾਏ ਸਿੱਖਿਆ ਮੰਤਰੀ ਮੁਰਦਾਬਾਦ ਸਿੱਖਿਆ ਮੰਤਰੀ ਹਾਏ ਸਿੱਖਿਆ ਮੰਤਰੀ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ ਸਿੱਖਿਆ ਮੰਤਰੀ ਵੱਲੋਂ 10 ਤਰੀਕ ਦਾ ਸਮਾਂ ਦਿੱਤਾ ਗਿਆ ਸੀ। 10 ਤਰੀਕ ਕੱਲ੍ਹ ਨਿਕਲ ਗਈ ਹੈ ਤੇ ਅੱਜ ਤੁਹਾਡਾ ਕੀ ਜੋ ਅਗਲੀ ਰਣਨੀਤੀ ਰਹੇਗੀ? ਜੀ ਬਿਲਕੁਲ 10 ਤਰੀਕ ਨਿਕਲਣ ਤੋਂ ਬਾਅਦ ਹੀ ਅੱਜ ਅਸੀਂ ਦੁਬਾਰਾ ਆਏ ਹਾਂ, ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਅਸੀਂ ਇਹਨਾਂ ਦੀ ਕੋਠੀ ਦੇ ਗੇਟ ਅੱਗੇ ਆਏ ਸੀ ਸਾਨੂੰ ਪ੍ਰਗਟ ਸਿੰਘ ਜੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਤੁਸੀਂ 10 ਤਰੀਕ ਤੱਕ ਵੇਟ ਕਰੋ, ਤੁਹਾਡਾ ਜੋ ਇਸ਼ਤਿਹਾਰ ਹੈ ਪੋਸਟਾਂ ਦਾ ਅਸੀਂ ਜ਼ਰੂਰ ਜਾਰੀ ਕਰਾਂਗੇ। ਪਰ 10 ਤਰੀਕ ਵੀ ਲੰਘ ਗਈ ਆ, ਅਸੀਂ ਬਹੁਤ ਦਿਨ ਵੇਟ ਵੀ ਕੀਤੀ ਹੈ। ਇਹਨਾਂ ਦੇ ਅਨੁਸਾਰ ਅਸੀਂ ਚੰਡੀਗੜ੍ਹ ਵੀ ਗਏ ਮੀਟਿੰਗ ਕਰਨ ਦੇ ਲਈ ਜਿੱਥੇ ਇਹਨਾਂ ਨੇ ਭੇਜਿਆ ਸੀ, ਪਰ ਉੱਥੇ ਕਿ ਸਾਨੂੰ 2 ਦਿਨ ਖੱਜਲ ਖੁਆਰੀ ਹੋਈ ਹੈ। ਕਿਸੇ ਨੇ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰੀ, ਕਿਸੇ ਨੇ ਵੀ ਸਾਡੇ ਨਾਲ ਕੋਈ ਰਾਬਤਾ ਨਹੀਂ ਬਣਾਇਆ ਹੈਗਾ। ਇਸ ਲਈ ਅੱਜ ਅਸੀਂ ਅੱਜ ਪੰਜਾਬ ਭਰ ਦੇ ਬੇਰੁਜ਼ਗਾਰ ਦੁਬਾਰਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਜੀ ਦੀ ਕੋਠੀ ਦੇ ਗੇਟ ਅੱਗੇ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੱਜ ਦੁਬਾਰਾ ਆਏ ਨੇ। ਕੱਲ ਮਾਨਸਾ ਦੇ ਵਿੱਚ ਅਧਿਆਪਕਾਂ ਵੱਲੋਂ ਚੰਨੀ ਦੀ ਰੈਲੀ ਦਾ ਵਿਰੋਧ ਕੀਤਾ ਗਿਆ ਸੀ, ਉੱਥੇ ਅਧਿਆਪਕਾਂ ਨੂੰ ਪਸ਼ੂ ਵਾਂਗ ਕੁੱਟਿਆ ਗਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਇਹ ਅਸੀਂ ਪਹਿਲਾਂ ਹੀ ਐਲਾਨਿਆ ਹੋਇਆ, ਕਿਉਂ ਪੌਣੇ 5 ਸਾਲ ਤੋਂ ਜੋ ਬੇਰੁਜ਼ਗਾਰ ਸੰਘਰਸ਼ ਕਰ ਰਹੇ ਨੇ ਇਹਦੇ ਵਿੱਚ ਇਹ ਅਸੀਂ ਐਲਾਨਿਆ ਹੋਇਆ ਕਿ ਕਾਂਗਰਸ ਸਰਕਾਰ ਜਿੱਥੇ ਵੀ ਜਾਊਗੀ, ਖਾਸ ਕਰਕੇ ਮੁੱਖ ਮੰਤਰੀ ਚੰਨੀ ਸਾਹਿਬ ਔਰ ਸਿੱਖਿਆ ਮੰਤਰੀ ਪ੍ਰਗਟ ਸਿੰਘ ਜੀ ਆਪਣੇ ਹਲਕੇ ਦੇ ਵਿੱਚ ਜਿੱਥੇ ਕਿਤੇ ਵੀ ਪ੍ਰੋਗਰਾਮ ਦੇ ਵਿੱਚ ਜਾਣਗੇ, ਬੀਐਡ ਟੈਟ ਪਾਸ ਜਥੇਬੰਦੀ ਹਰ ਜਗ੍ਹਾ ਉਹਨਾਂ ਦਾ ਘਿਰਾਓ ਕਰੂਗੀ। ਕੱਲ ਵੀ ਜਦੋਂ ਚੰਨੀ ਸਾਹਿਬ ਮਾਨਸਾ ਗਏ ਨੇ ਸਾਡੇ ਸਾਥੀਆਂ ਨੇ ਘਿਰਾਓ ਕੀਤਾ। ਔਰ ਕੁੱਟਣ ਵਾਲੀ ਗੱਲ ਤੇ ਦੇਖੋ, ਇਹ ਕੁੱਟਣਾ ਕੋਈ ਕੱਲ ਨਹੀਂ ਹੋਇਆ, 5 ਸਾਲ ਤੋਂ ਇਹ ਐਵੇਂ ਕੁੱਟ ਰਹੇ ਨੇ। ਕੱਲ ਵੀ ਜੋ ਇੱਕ ਡੀਐਸਪੀ ਗੁਰਮੀਤ ਸਿੰਘ ਵੱਲੋਂ ਸਾਡੇ ਸਾਥੀਆਂ ਨੂੰ ਲਾਠੀ ਦੇ ਨਾਲ ਗੱਡੀ ਦੇ ਵਿੱਚ ਚਾੜਨ ਤੋਂ ਬਾਅਦ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ, ਅਸੀਂ ਖੁਦ ਵਾਇਰਲ ਕੀਤੀ ਆ ਸਾਰੇ ਕਿਤੇ, ਗੱਡੀ ਦੇ ਵਿੱਚ ਬਿਠਾ ਕੇ ਸੋਟੀਆਂ ਡਾਂਗਾਂ ਮਾਰੀਆਂ ਗਈਆਂ ਨੇ। ਕੁੜੀਆਂ ਦੇ ਬੜੇ ਗਲਤ ਥਾਵੇਂ ਇਹਨਾਂ ਨੇ ਡੰਡੇ ਤੱਕ ਮਾਰੇ ਨੇ। ਪਰ ਇਹ ਸਿਰਫ ਅੱਜ ਨਹੀਂ ਹੋ ਰਿਹਾ, 5 ਸਾਲ ਤੋਂ ਇਹੀ ਹੋ ਰਿਹਾ। ਕਾਂਗਰਸ ਸਰਕਾਰ ਰੋਜ਼ਗਾਰ ਦੇਣ ਤੋਂ ਭੱਜ ਰਹੀ ਹੈ। ਰੋਜ਼ਗਾਰ ਦੀ ਜਗ੍ਹਾ ਬੇਰੁਜ਼ਗਾਰਾਂ ਨੂੰ ਡਾਂਗਾਂ ਦਿੱਤੀਆਂ ਜਾ ਰਹੀਆਂ ਨੇ। ਅਗਰ ਰੋਜ਼ਗਾਰ ਦਿੱਤਾ, ਇਹਨਾਂ ਨੇ ਸਿਰਫ ਆਪਣੇ ਘਰਾਂ ਦੇ ਵਿੱਚ ਰੋਜ਼ਗਾਰ ਦਿੱਤਾ, ਆਪਣੇ ਧੀਆਂ ਪੁੱਤਾਂ ਨੂੰ ਰੋਜ਼ਗਾਰ ਦਿੱਤਾ। ਆਮ ਘਰਾਂ ਦੇ ਧੀਆਂ ਪੁੱਤ ਅਨੇਕਾਂ ਡਿਗਰੀਆਂ ਲੈਣ ਤੋਂ ਬਾਅਦ ਵੀ ਅੱਜ ਸੜਕਾਂ ਤੇ ਨੇ। ਪੌਣੇ 5 ਸਾਲ ਤੋਂ ਇਹਨਾਂ ਦੇ ਦਰਾਂ ਦੇ ਅੱਗੇ ਹੀ ਬੈਠੇ ਨੇ। ਜਦੋਂ ਕਾਂਗਰਸ ਸਰਕਾਰ ਸੱਤਾ 'ਚ ਆਈ ਸੀ, ਇਸੇ ਕਰਕੇ ਆਈ ਸੀ ਕਿ ਘਰ ਘਰ ਨੌਕਰੀ ਦੇਵਾਂਗੇ, ਪਰ ਹੁਣ ਦੇਖਿਆ ਜਾਵੇ ਕਿ ਬੇਰੁਜ਼ਗਾਰ ਅਧਿਆਪਕ ਵੀ ਸੜਕਾਂ ਤੇ ਨੇ, ਹੋਰ ਵੀ ਕਈ ਵਰਗ ਜੋ ਆਪਣੇ ਮੰਗਾਂ ਨੂੰ ਲੈ ਕੇ ਸੜਕਾਂ ਤੇ। ਇਸ ਵਿੱਚ ਕੀ ਕਹਿਣਾ ਚਾਹੋਗੇ? ਜੀ ਹਰ ਵਰਗ ਸੜਕਾਂ ਤੇ ਆ। ਘਰ ਘਰ ਨੌਕਰੀ ਦਾ ਵਾਅਦਾ ਜਿਹੜਾ ਇਹਨਾਂ ਨੇ ਕੀਤਾ ਸੀ, 16-17 ਲੱਖ ਇਹਨਾਂ ਨੇ ਬਿਆਨ ਵੀ ਦਿੱਤਾ ਸੀ ਵੀ ਅਸੀਂ ਦੇ ਚੁੱਕੇ। ਪਰ ਮੈਂ ਕਹਿੰਦੀ ਹਾਂ ਤੁਸੀਂ ਮੇਰੇ ਨਾਲ ਚੱਲੋ, ਮੈਂ ਸੰਗਰੂਰ ਤੋਂ ਆ, ਮੈਂ ਆਪਣੇ ਏਰੀਆ ਦੇ ਵਿੱਚ ਸਰਵੇ ਕਰਵਾਉਣੀ ਆ। ਅਗਰ 12,000 ਪਿੰਡਾਂ ਦੇ ਹਿਸਾਬ ਦੇ ਨਾਲ ਤੁਸੀਂ ਲਗਾਓ, ਹਰੇਕ ਪਿੰਡ ਦੇ ਵਿੱਚ ਅਗਰ ਇਹਨਾਂ ਨੇ ਘਰ ਘਰ ਨੌਕਰੀ ਦਿੱਤੀ ਆ, ਹਰ ਪਿੰਡ ਦੇ ਵਿੱਚ 135-140 ਦੇ ਕਰੀਬ ਇਹਨਾਂ ਵੱਲੋਂ ਦਿੱਤਾ ਰੋਜ਼ਗਾਰ ਹੋਣਾ ਚਾਹੀਦਾ। ਜਦ ਕਿ ਰੋਜ਼ਗਾਰ ਮੇਰੇ ਏਰੀਏ ਦੇ ਵਿੱਚ ਕਿਸੇ ਨੂੰ ਵੀ ਨਹੀਂ ਦਿੱਤਾ। ਇਹਨਾਂ ਨੇ ਰੋਜ਼ਗਾਰ ਕਿਸੇ ਨੂੰ ਵੀ ਨਹੀਂ ਦਿੱਤਾ। 16-17 ਲੱਖ ਨੌਕਰੀਆਂ ਦਾ ਬਿਆਨ ਤਾਂ ਇੱਕ ਜਾਲੀ ਜਿਹਾ ਬਿਆਨ ਆ ਜਿਹੜਾ ਇਹਨਾਂ ਵੱਲੋਂ ਜਾਰੀ ਕੀਤਾ ਜਾਂਦਾ, ਕਿਉਂਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਕੋਈ ਪੁੱਛਣ ਵਾਲਾ ਨਹੀਂ, ਕੋਈ ਅੱਗੋਂ ਸਵਾਲ ਕਰਨ ਵਾਲਾ ਨਹੀਂ। ਜੇ ਕੋਈ ਸਵਾਲ ਕਰਦਾ ਉਹਨਾਂ ਦੇ ਘਰ ਤੱਕ ਅਪਰੋਚ ਕਰਦੇ ਨੇ, ਘਰਾਂ ਤੱਕ ਅਪਰੋਚ ਕਰਕੇ ਝੂਠੇ ਪਰਚੇ ਕਰ ਦਿੰਦੇ ਨੇ। ਅਗਰ ਕਿਸੇ ਦੇ ਕੋਈ ਹਸਬੈਂਡ ਵਗੈਰਾ ਸਰਕਾਰੀ ਮੁਲਾਜ਼ਮ ਨੇ ਤਾਂ ਉਹਨਾਂ ਤੇ ਵੀ ਪਰਚੇ, ਉਹਨਾਂ ਨੂੰ ਵੀ ਸਸਪੈਂਡ ਸਾਡੇ ਨਾਲ ਹੋਏ ਆ। ਪੌਣੇ 5 ਸਾਲ ਤੋਂ ਇਹ ਕਾਂਗਰਸ ਸਰਕਾਰ ਸਾਡੇ ਨਾਲ ਇਹੀ ਕੁਝ ਕਰਦੀ ਆ ਰਹੀ ਹੈ। ਰੋਜ਼ਗਾਰ ਦੇ ਨਾਂ ਤੇ ਸਾਨੂੰ ਹਰਾਸ਼ਮੈਂਟ ਦਿੱਤੀ ਜਾ ਰਹੀ ਹੈ, ਮੈਂਟਲੀ ਅਪਸੈਟ ਕੀਤਾ ਜਾ ਰਿਹਾ, ਪਰ ਸਾਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ। ਅਸੀਂ ਐਲੀਜੀਬਲ ਹਾਂ, ਹਰ ਡਿਗਰੀ ਹੈ ਸਾਡੇ ਕੋਲ। ਬੀਐਡ ਕਰਨ ਤੋਂ ਬਾਅਦ ਜਿੰਨੇ ਇਹਨਾਂ ਨੇ ਟੈਸਟ ਲਗਾਏ ਨੇ, ਅਸੀਂ ਹਰ ਟੈਸਟ ਕਲੀਅਰ ਕੀਤਾ ਹੋਇਆ। ਹਰ ਟੈਸਟ ਕਲੀਅਰ ਕਰਨ ਤੋਂ ਬਾਅਦ ਹੀ ਅਸੀਂ ਇੱਥੇ ਖੜੇ ਹਾਂ। ਔਰ ਅਸੀਂ ਇਹ ਪ੍ਰਗਟ ਸਿੰਘ ਜੀ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਤੁਸੀਂ ਸਾਡੀਆਂ ਮੈਰਿਟਾਂ ਚੈੱਕ ਕਰੋ, ਅਸੀਂ 99% ਲੈਣ ਵਾਲੇ ਬੱਚੇ ਹਾਂ,
ਤੁਸੀਂ ਸਾਡੇ 10th ਤੋਂ ਲੈ ਕੇ ਸਾਡੇ ਬੀਐਡ ਹੋਲਡਰ ਡਿਗਰੀਆਂ ਤੱਕ, ਐਮਫਿਲ ਐਮਐਡ ਤੱਕ ਡਿਗਰੀਆਂ ਨੇ ਸਾਡੇ ਕੋਲ। ਤੁਸੀਂ, ਮੈਂ ਖੁਦ ਕਹਿਣੀ ਆ, ਮੇਰੇ ਸਰਟੀਫਿਕੇਟ ਵੈਰੀਫਿਕੇਸ਼ਨ ਕਰਵਾਉਣ। ਮੇਰੇ ਨਾਲ ਇੱਥੇ ਜਿੰਨੇ ਸਾਥੀ ਬੈਠੇ ਨੇ 99% ਵਾਲੇ ਸਾਥੀ ਬੈਠੇ ਨੇ, ਇਹ ਕੋਈ ਨਲਾਇਕ ਬੱਚੇ ਥੋੜੀ ਨੇ। ਪਰ ਫਿਰ ਵੀ ਅਸੀਂ ਅਨੇਕਾਂ ਡਿਗਰੀਆਂ ਲੈਣ ਤੋਂ ਬਾਅਦ ਪੌਣੇ 5 ਸਾਲ ਹੋ ਗਏ ਵੀ ਅਸੀਂ ਪਹਿਲਾਂ ਕੈਪਟਨ ਸਾਹਿਬ ਦੇ ਪਟਿਆਲੇ ਜਾਂਦੇ ਸੀ, ਹੁਣ ਅਸੀਂ ਉਹਨਾਂ ਦੀ ਜਗ੍ਹਾ 2 ਮੁੱਖ ਮੰਤਰੀ 3 ਸਿੱਖਿਆ ਮੰਤਰੀ ਬਦਲ ਗਏ, ਪਰ ਬੇਰੁਜ਼ਗਾਰਾਂ ਦਾ ਉਹੀ ਹਾਲ ਆ ਵੀ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਹੁਣ ਅਸੀਂ ਮਰਿੰਡੇ ਜਾਂਦੇ ਆ ਤੇ ਜਲੰਧਰ ਆ ਰਹੇ ਆ। 10 ਤਰੀਕ ਦਾ ਸਮਾਂ ਦਿੱਤਾ ਗਿਆ ਸੀ, ਉਹ ਵੀ ਨਿਕਲ ਗਿਆ। ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੋਵੇਗੀ? ਅਗਲੀ ਦੇਖੋ, ਅਸੀਂ ਪਹਿਲਾਂ ਇੱਕੋ ਗੱਲ ਨੂੰ ਲੈ ਕੇ ਆਏ ਸੀ ਵੀ ਟਾਈਮ ਬਹੁਤ ਥੋੜਾ ਰਹਿ ਗਿਆ, ਚੋਣ ਜਾਬਤਾ ਕਿਸੇ ਵੀ ਸਮੇਂ ਲੱਗ ਸਕਦਾ। ਇਸ ਲਈ ਅਸੀਂ ਇੱਕੋ ਗੱਲ ਕਹੀ ਸੀ ਵੀ ਸਾਡਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇ, ਜੋ ਤੁਸੀਂ 5 ਸਾਲਾਂ ਤੋਂ ਨਹੀਂ ਕੀਤਾ, ਕਿਉਂਕਿ ਹਰ ਟੈਸਟ ਦੀ ਇੱਕ ਐਲੀਜੀਬਿਲਟੀ ਹੁੰਦੀ ਹੈ। ਅਸੀਂ ਉਹ ਸਾਰੇ ਟੈਸਟ ਕਲੀਅਰ ਕੀਤੇ ਹੋਏ ਨੇ। ਅਗਰ ਅੱਜ ਇਸ਼ਤਿਹਾਰ ਜਾਰੀ ਨਹੀਂ ਹੁੰਦਾ, ਐਡਵਰਟਾਈਜ਼ਮੈਂਟ ਨਹੀਂ ਹੁੰਦੀ, ਸਾਡੇ ਵਿੱਚ ਬਹੁਤ ਸਾਰੇ ਸਾਥੀ ਓਵਰੇਜ ਹੋ ਜਾਣਗੇ। ਇਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਨਾ, ਸਰਕਾਰ ਦਾ ਕਸੂਰ ਹੈ ਜਿਨ੍ਹਾਂ ਨੇ 5 ਸਾਲ ਤੋਂ ਕੋਈ ਭਰਤੀ ਨਹੀਂ ਦਿੱਤੀ ਹੈਗੀ। ਇਸ ਲਈ ਸਾਡੀ ਇਹੀ ਮੰਗ ਹੈ ਵੀ ਇਸ਼ਤਿਹਾਰ ਬੀਐਡ ਟੈਟ ਪਾਸ ਦੀ ਜਿਹੜੇ ਤਿੰਨ ਸਬਜੈਕਟ ਨੂੰ ਲੈ ਕੇ, ਐਸਐਸਟੀ ਪੰਜਾਬੀ ਨੂੰ ਲੈ ਕੇ 3 ਸਾਲ ਤੋਂ ਸੰਘਰਸ਼ ਕਰ ਰਹੇ ਨੇ, ਇਹ ਉਹਨਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਜਦੋਂ ਤੱਕ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਜਾਵਾਂਗੇ, ਕਿਉਂਕਿ ਲਾਸਟ ਟਾਈਮ ਪ੍ਰਗਟ ਸਿੰਘ ਜੀ ਨੇ ਖੁਦ ਸਾਨੂੰ ਇੱਕ ਜਾਲੀ ਜਿਹਾ ਭਰੋਸਾ ਦੇ ਕੇ ਸਾਨੂੰ ਇੱਥੋਂ ਭੇਜ ਦਿੱਤਾ ਸੀ ਕਿ ਤੁਸੀਂ ਮੇਰੇ ਤੇ ਬਲੀਵ ਕਰੋ। ਆਪਣਾ ਕੰਟੈਕਟ ਨੰਬਰ ਦਿੱਤਾ ਸੀ ਕਿ ਬੱਚਿਓ ਤੁਸੀਂ ਮੈਨੂੰ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ। ਹੁਣ ਜਦੋਂ ਅਸੀਂ ਉਹ ਨੰਬਰ ਤੇ ਕਾਲ ਕਰਦੇ ਹਾਂ ਉਹ ਨੰਬਰ ਹੀ ਸਵਿਚ ਆਫ ਆਉਂਦਾ। ਤੇ ਜਦੋਂ ਸਾਨੂੰ ਮੀਟਿੰਗ ਦੇ ਲਈ ਇਹਨਾਂ ਨੇ ਚੰਡੀਗੜ੍ਹ ਕਿਹਾ ਸੀ ਵੀ ਤੁਸੀਂ ਨੈਕਸਟ ਡੇ ਚੰਡੀਗੜ੍ਹ ਜਾਣਾ, ਉੱਥੇ ਸਾਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਹੈਗਾ। ਅਸੀਂ ਬੇਰੁਜ਼ਗਾਰ ਹਾਂ, ਅਸੀਂ 5-5 6-6 ਹਜ਼ਾਰ ਦਾ ਤੇਲ ਗੱਡੀਆਂ 'ਚ ਪਵਾ ਕੇ ਫੂਕ ਕੇ ਇੱਕ ਬੇਰੁਜ਼ਗਾਰ ਕਿਵੇਂ ਚੰਡੀਗੜ੍ਹ ਜਾਂਦਾ ਹੋਊਗਾ। 2-2 ਦਿਨ ਅਸੀਂ ਉੱਥੇ ਗੇੜੇ ਡਿਪਾਰਟਮੈਂਟ ਦੇ ਲਾਉਂਦੇ ਰਹੇ, ਪਰ ਸਾਨੂੰ ਕਿਸੇ ਨੇ ਵੀ ਨਹੀਂ ਪੁੱਛਿਆ ਹੈਗਾ। ਇੰਨੀ ਹਰਾਸ਼ਮੈਂਟ ਕਰਦੇ ਨੇ। ਅਨੇਕਾਂ ਡਿਗਰੀਆਂ ਲੈਣ ਤੋਂ ਬਾਅਦ, ਸਾਰੀ ਐਲੀਜੀਬਿਲਟੀ ਪੂਰੀ ਕਰਨ ਤੋਂ ਬਾਅਦ ਇਹਨਾਂ ਦਾ ਖੁਦ ਦਿੱਤਾ ਹੋਇਆ ਵਾਅਦਾ ਵੀ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਇਹ ਪੂਰਾ ਕਰ ਦੇਣ। ਘਰ ਘਰ ਨੌਕਰੀ ਦੇਣੀ ਹੈ ਇਹਨਾਂ ਨੇ, ਬੇਰੁਜ਼ਗਾਰੀ ਭੱਤਾ ਦੇਣਾ। ਪੌਣੇ 5 ਸਾਲ ਤੋਂ ਤਾਂ ਸਾਨੂੰ ਕੁਝ ਵੀ ਨਹੀਂ ਮਿਲਿਆ ਹੈਗਾ। ਟੈਂਕੀ ਉੱਪਰ ਬੈਠੇ ਅਮਰੀਸ਼ ਜੀ ਦੀ ਹਾਲਤ ਨਾਜ਼ੁਕ ਹੋ ਗਈ ਹੈ, ਬਹੁਤ ਖਰਾਬ ਹੋ ਗਈ ਹੈ। ਉਹਨਾਂ ਨੇ ਟੈਂਕੀ ਦੇ ਉੱਪਰ ਅਪੀਲ ਵੀ ਕੀਤੀ ਸੀ ਕਿ ਸਾਨੂੰ ਸਾਡਾ ਜੋ ਇਸ਼ਤਿਹਾਰ ਜਾਰੀ ਕੀਤਾ ਜਾਵੇ, ਫਿਰ ਵੀ ਜੋ ਇਸ਼ਤਿਹਾਰ ਜਾਰੀ ਨਹੀਂ ਹੋਇਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਵੀਰੇ, ਜਿਹੜੇ ਉਹਨਾਂ ਨੇ ਮਨੀਸ਼ ਵੀਰ ਦੀ ਹਾਲਤ ਵਾਕਈ ਬਹੁਤ ਖਰਾਬ ਆ, ਕਿਉਂਕਿ ਮਨੀਸ਼ ਨੂੰ ਬਹੁਤ ਟਾਈਮ ਹੋ ਗਿਆ। ਪਹਿਲਾਂ ਆਪਣੇ ਸਿੱਖਿਆ ਮੰਤਰੀ ਵਜਿੰਦਰ ਸਿੰਗਲਾ ਜੀ ਸੀ, ਹੁਣ ਉੱਥੇ ਵੀ ਮਨੀਸ਼ ਵੀਰ 50 ਦਿਨ ਉੱਥੇ ਟੈਂਕੀ ਤੇ ਸੰਗਰੂਰ ਚੜਿਆ ਹੋਇਆ ਸੀ। ਉਸ ਤੋਂ ਬਾਅਦ ਇੱਥੇ ਆ ਕੇ ਸ਼ਿਫਟ ਹੋ ਗਿਆ। ਮਨੀਸ਼ ਨੂੰ 198 ਦਿਨ ਦੇ ਕਰੀਬ ਹੋ ਗਏ ਨੇ। ਉਹਦੀ ਹਾਲਤ ਇੰਨੀ ਜ਼ਿਆਦਾ ਖਰਾਬ ਆ, ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਬੁਲਾ ਕੇ ਵੀ ਕਿਹਾ, ਟ੍ਰੀਟਮੈਂਟ ਦੇ ਲਈ ਵੀ ਕਿਹਾ, ਪਰ ਸਾਡਾ ਹੀ ਸਾਥੀ ਨਹੀਂ ਮੰਨ ਰਿਹਾ। ਅਸੀਂ ਆਪਣੇ ਸਾਥੀ ਨੂੰ ਇਹ ਵੀ ਕਿਹਾ ਵੀ ਇਹ ਢੀਠ ਸਰਕਾਰ ਆ, ਅਗਰ ਤੂੰ ਮਰ ਵੀ ਗਿਆ ਇਹਨਾਂ ਤੇ ਕੋਈ ਅਸਰ ਨਹੀਂ ਹੋਣਾ। ਨਹੀਂ ਮੰਨ ਰਿਹਾ ਉਹ ਮੁੰਡਾ। ਉਹਦੀ ਹਾਲਤ ਵਾਕਈ ਬਹੁਤ ਜ਼ਿਆਦਾ ਖਰਾਬ ਆ। ਗੱਲ ਸਿਰਫ ਇੱਕ ਇਸ਼ਤਿਹਾਰ ਦੀ ਆ, ਇਹ ਜਾਰੀ ਕਰ ਸਕਦੇ ਨੇ ਪ੍ਰਗਟ ਸਿੰਘ ਜੀ ਚਾਹਣ। ਹੁਣ 2 ਮਿੰਟਾਂ ਦੇ ਵਿੱਚ ਇਸ਼ਤਿਹਾਰ ਜਾਰੀ ਹੋ ਸਕਦਾ। ਸਾਰਾ ਡਾਟਾ ਤਿਆਰ ਇਹਨਾਂ ਨੇ ਕੀਤਾ ਹੋਇਆ, ਸਾਰੀ ਰਿਪੋਰਟ ਬਣਾਈ ਹੋਈ ਆ। ਸਿਰਫ ਇੱਕ ਐਡਵਰਟਾਈਜ਼ਮੈਂਟ ਆਊਟ ਕਰਨੀ ਆ, ਜੋ ਕਿ ਇਹ ਨਹੀਂ ਕਰ ਰਹੇ। ਮੁਨੀਸ਼ ਦੀ ਹਾਲਤ ਇੰਨੀ ਜ਼ਿਆਦਾ ਕ੍ਰਿਟੀਕਲ ਆ, ਉਹਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਨੇ। ਅਗਰ ਉਹਨੂੰ ਕੁਝ ਵੀ ਹੁੰਦਾ, ਇਹ ਪ੍ਰਗਟ ਸਿੰਘ ਜੀ ਖੁਦ ਜ਼ਿੰਮੇਵਾਰ ਹੋਣਗੇ, ਕਿਉਂਕਿ ਅਸੀਂ ਹਰ ਮੀਟਿੰਗ ਦੇ ਵਿੱਚ ਇਹਨਾਂ ਨੂੰ ਦੱਸਦੇ ਹਾਂ ਵੀ ਸਾਡੇ ਸਾਥੀ ਦੀ ਹਾਲਤ ਕਿੰਨੀ ਜ਼ਿਆਦਾ ਖਰਾਬ ਆ। ਸਾਡੇ ਸਾਥੀ ਨੂੰ 198 ਦਿਨ ਦੇ ਕਰੀਬ ਹੋ ਗਏ ਨੇ ਉੱਪਰ ਬੈਠੇ ਨੂੰ। ਗਰਮੀਆਂ ਵੀ ਉਹਨੇ ਉੱਪਰ ਲੰਘਾਈਆਂ ਨੇ, ਹੁਣ ਤਾਂ ਸਰਦੀਆਂ ਦਾ ਟਾਈਮ ਹੈ। ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਵੀ ਅਸੀਂ ਬਾਰ-ਬਾਰ ਠੰਡ ਦੇ ਵਿੱਚ, ਪਹਿਲਾਂ ਗਰਮੀਆਂ ਦੇ ਵਿੱਚ ਵੀ ਅਸੀਂ ਇਹਨਾਂ ਦੇ, ਅੱਜ ਵੀ ਅਸੀਂ 5:30 ਵਜੇ ਇੱਥੇ ਬੈਠੇ ਹਾਂ। ਸਾਡੇ ਹੱਥ ਪੈਰ ਦੇਖੋ ਕਿਵੇਂ ਹੋਏ ਪਏ ਨੇ। ਥੋੜੇ ਜਿਹੇ ਟਾਈਮ ਤੱਕ ਇਹਨਾਂ ਨੇ ਸਾਡੇ ਇਹੀ ਹੱਥ ਪੈਰ ਡੰਡਿਆਂ ਦੇ ਨਾਲ ਕੁੱਟ ਦੇਣੇ ਨੇ। 5 ਸਾਲ ਤੋਂ ਇਹੀ ਹੋ ਰਿਹਾ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗੀ ਕਿ ਲੋਕੋ ਜਾਗਰੂਕ ਹੋਵੋ। ਜਦ ਪੌਣੇ 5 ਸਾਲ ਤੋਂ ਤੁਹਾਡੇ ਬੱਚਿਆਂ ਨੂੰ ਕੁੱਟਿਆ ਜਾ ਰਿਹਾ, ਤੁਸੀਂ ਕਿਹੜੇ ਮੂੰਹ ਨਾਲ ਇਹਨਾਂ ਦੇ ਪਿੱਛੇ ਚਮਚਾਗਿਰੀਆਂ ਕਰਦੇ ਫਿਰਦੇ ਹੋ? ਕਿਹੜੇ ਮੂੰਹ ਨਾਲ ਤੁਸੀਂ ਇਹਨਾਂ ਨੂੰ ਵੋਟਾਂ ਪਾਓਗੇ? ਮਾੜੇ ਮੋਟੇ ਅਵੇਅਰ ਹੋਵੋ। ਇਹ ਪੁਲਿਸ ਪ੍ਰਸ਼ਾਸਨ ਖੜਾ, ਇਹਨਾਂ ਦੇ ਵੀ ਬੱਚੇ ਨੇ, ਮੋਸਟਲੀ ਇਹਨਾਂ ਦੇ ਬੱਚੇ ਸਾਰੇ ਬਾਹਰ ਹੁੰਦੇ ਨੇ। ਕਿਉਂ? ਕਿਉਂਕਿ ਇਹ ਹਾਲਤ ਦੇਖ ਲੈਂਦੇ ਨੇ, ਇਹਨਾਂ ਨੇ ਹਾਲਤ ਦੇਖੇ ਹੋਏ ਨੇ ਵੀ ਪੜ੍ਹੇ ਲਿਖੇ ਵਰਗ ਦੇ ਨਾਲ ਕੀ ਹੁੰਦਾ। ਪਰ ਅਸੀਂ ਤਾਂ ਬਾਹਰ ਜਾਣ ਜੋਗੇ ਵੀ ਨਹੀਂ ਹੈਗੇ, ਕਿਉਂਕਿ ਸਾਡੇ ਮਾਪਿਆਂ ਨੇ ਸਾਡੇ ਪੜ੍ਹਾਈਆਂ ਤੇ 20-20 ਲੱਖ ਰੁਪਇਆ ਲਗਾਤਾ ਵੀ ਸਾਡੇ 'ਚ ਤਾਂ ਕਿੰਨੇ ਬੱਚੇ ਅਨਮੈਰਿਡ ਬੈਠੇ ਨੇ, ਹਲੇ ਵਿਆਹ ਕਰਾਉਣ ਜੋਗੇ ਵੀ ਨਹੀਂ ਹੈਗੇ। ਸਾਰੇ ਮਾਂ-ਬਾਪ ਦੀ ਕਮਾਈ ਤਾਂ ਅਸੀਂ ਆਪਣੀ ਪੜ੍ਹਾਈਆਂ ਤੇ ਲਗਾਤੀ। ਜਦੋਂ ਹੁਣ ਰੁਜ਼ਗਾਰ ਲੈਣ ਦਾ ਟਾਈਮ ਆਇਆ ਤਾਂ ਸਰਕਾਰ ਵੱਲੋਂ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਸਾਡੇ ਵਿੱਚੋਂ ਕਈਆਂ ਸਾਥੀਆਂ ਦੀਆਂ ਉਮਰ ਹੱਦਾਂ ਵੀ ਲੰਘ ਰਹੀਆਂ ਨੇ। ਇਸ ਲਈ ਪੰਜਾਬ ਸਰਕਾਰ ਨੂੰ ਮੇਰੇ ਵੱਲੋਂ ਇਹ ਅਪੀਲ ਹੈ, ਰਹਿੰਦੇ ਥੋੜੇ ਜਿਹੇ ਦਿਨ, ਜਿਹੜੇ 10-12 ਦਿਨ ਚੋਣ ਜ਼ਾਬਤੇ ਦੇ ਰਹਿੰਦੇ ਨੇ,
ਇਹ ਬੀਐਡ ਟੈਟ ਪਾਸ ਜਥੇਬੰਦੀ ਦਾ ਜਿਹੜਾ ਇਸ਼ਤਿਹਾਰ ਹੈ ਪੋਸਟਾਂ ਨੂੰ ਲੈ ਕੇ ਇਹ ਜਾਰੀ ਕੀਤਾ ਜਾਵੇ। ਸਾਡਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਿੱਖਿਆ ਮੰਤਰੀ ਹਾਏ 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 ਹਾਏ। ਸਿੱਖਿਆ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਿੱਖਿਆ ਮੰਤਰੀ ਹਾਏ 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 ਹਾਏ। ਸਿੱਖਿਆ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਿੱਖਿਆ ਮੰਤਰੀ ਹਾਏ 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 ਹਾਏ। ਪ੍ਰਗਟ ਸਿੰਘ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਿੱਖਿਆ ਮੰਤਰੀ ਮੁਰਦਾਬਾਦ ਮੁਰਦਾਬਾਦ। ਸਾਡਾ ਏਕਾ ਜਿੰਦਾਬਾਦ। ਘਰਾਓ ਕੀਤਾ ਸੀਗਾ ਕੋਠੀ ਦਾ ਤੇ ਪ੍ਰਗਟ ਸਿੰਘ ਜੀ ਆਪ ਖੁਦ ਬਾਹਰ ਆ ਕੇ ਕਹਿ ਕੇ ਗਏ ਸੀ ਵੀ ਤੁਹਾਡਾ 10 ਤਰੀਕ ਨੂੰ ਸਮਾਜਿਕ ਸਿੱਖਿਆ ਹਿੰਦੀ ਪੰਜਾਬੀ ਦਾ ਇਸ਼ਤਿਹਾਰ ਆ ਜਿਹੜਾ ਉਹ ਜਾਰੀ ਕਰ ਦਿੱਤਾ ਜਾਊਗਾ। ਤੇ ਅਸੀਂ ਆਪਣੀ ਸਬਜੈਕਟਾਂ ਦੀ ਗਿਣਤੀ ਪੁੱਛੀ ਸੀ ਇਹਨਾਂ ਨੂੰ ਤੇ ਇਹਨਾਂ ਨੇ ਸਾਨੂੰ ਡੀਜੀਐਸਸੀ ਸਾਹਿਬ ਕੋਲ ਭੇਜਿਆ ਸੀਗਾ ਕਿ ਡੀਜੀਐਸਸੀ ਸਾਹਿਬ ਕੋਲੇ ਤੁਸੀਂ ਚਲੇ ਜਾਇਓ ਤੇ ਤੁਹਾਨੂੰ ਉਹ ਗਿਣਤੀ ਦੱਸ ਦੇਣਗੇ। ਅਸੀਂ ਲਗਾਤਾਰ 2 ਦਿਨ ਡੀਜੀਐਸਸੀ ਸਾਹਿਬ ਕੋਲ ਜਾਂਦੇ ਰਹੇ ਆ। ਪਹਿਲੇ ਦਿਨ ਅਸੀਂ ਡੀਜੀਐਸਸੀ ਸਾਹਿਬ ਕੋਲੇ ਗਏ ਆ ਤਾਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਮੈਨੂੰ ਤਾਂ ਗਿਣਤੀ ਦਾ ਕੋਈ ਪਤਾ ਹੀ ਨਹੀਂ। ਹੁਣ ਤੁਸੀਂ ਇਹ ਹਾਲ ਦੇਖ ਲਓ ਵੀ ਸਿੱਖਿਆ ਮੰਤਰੀ ਨੇ ਆਰਡਰ ਕੀਤੇ ਹੋਣ ਵੀ ਡੀਜੀਐਸਸੀ ਤੋਂ ਗਿਣਤੀ ਪਤਾ ਕਰੋ ਤੇ ਡੀਜੀਐਸਸੀ ਸਾਹਿਬ ਅੱਗੇ ਇਹ ਜਵਾਬ ਦੇ ਰਹੇ ਨੇ ਕਿ ਮੈਨੂੰ ਤਾਂ ਤੁਹਾਡੀ ਗਿਣਤੀ ਦਾ ਹੀ ਕੋਈ ਪਤਾ ਨਹੀਂ। ਅੱਗੇ ਉਹਨਾਂ ਨੇ ਸਾਨੂੰ ਲਾਰਾ ਲਾ ਦਿੱਤਾ ਕਿ ਤੁਸੀਂ ਡੀਪੀਆਈ ਸਾਹਿਬ ਨੂੰ ਮਿਲ ਲਿਓ ਵੀ ਉਹ ਅੱਜ ਛੁੱਟੀ ਦੇ ਨੇ। ਅਗਲੇ ਦਿਨ ਅਸੀਂ ਡੀਪੀਆਈ ਸਾਹਿਬ ਨੂੰ ਮਿਲਣ ਗਏ ਆ, ਨਾ ਡੀਪੀਆਈ ਸਾਹਿਬ ਨੇ ਸਾਡਾ ਫੋਨ ਚੱਕਿਆਗਾ ਤੇ ਨਾ ਉਹ ਸਾਨੂੰ ਮਿਲੇ ਨੇ। 2 ਦਿਨ ਚੰਡੀਗੜ੍ਹ ਖੱਜਲ ਖੁਆਰ ਹੋਣ ਤੋਂ ਬਾਅਦ 10 ਤਰੀਕ ਨੂੰ ਅਸੀਂ ਉਡੀਕ ਕੇ ਕਿ ਸ਼ਾਇਦ ਚਲੋ ਹੋ ਸਕਦਾ 10 ਤਰੀਕ ਨੂੰ ਸਾਡਾ ਇਸ਼ਤਿਹਾਰ ਆ ਜੇ, ਪਰ ਇਸ਼ਤਿਹਾਰ ਕੋਈ ਨਹੀਂ ਆਇਆ ਤਾਂ ਮਜਬੂਰ ਨੂੰ ਸਾਨੂੰ 11 ਤਰੀਕ ਨੂੰ ਇੱਥੇ ਬੀਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਦੁਬਾਰਾ ਪ੍ਰਗਟ ਸਿੰਘ ਦੀ ਕੋਠੀ ਦਾ ਜਿਹੜਾ ਘਰਾਓ ਆ ਉਹ ਕਰਨਾ ਇੱਥੇ ਪੈ ਰਿਹਾਗਾ। ਤੇ ਸੰਦੀਪ ਜੀ ਜੇ ਗੱਲ ਕਰੀਏ ਉਦੋਂ ਵੀ ਉਹ ਕਹਿੰਦੇ ਸੀਗੇ ਵੀ ਕੋਈ ਵੱਡੀ ਗੱਲ ਨਹੀਂ ਕਿ ਤੁਸੀਂ ਮੇਰੇ ਘਰ ਦੇ ਬਾਹਰ ਆ ਗਏ, ਤੁਸੀਂ ਲੇਟ ਵੀ ਆ ਸਕਦੇ ਸੀ, ਮੈਂ ਤਾਂ ਤੁਹਾਨੂੰ ਮਿਲਦਾ ਹੀ। ਕੋਈ ਕਮਿਊਨੀਕੇਸ਼ਨ ਗੈਪ ਤਾਂ ਹੈ ਹੀ ਨਹੀਂ ਸਾਡੇ 'ਚ। ਬਿਲਕੁਲ ਜੀ, ਅਸੀਂ ਇਹਨਾਂ ਦੇ ਪੀਏ ਨਾਲ ਵੀ ਸੰਪਰਕ ਕੀਤਾ ਤੇ ਜਦੋਂ ਪਿੱਛੇ ਜੇ ਕੈਬਨਿਟ ਦੀ ਮੀਟਿੰਗ ਹੋਈ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿ ਸਾਡੀ ਮੀਟਿੰਗ ਕੋਈ, ਉਹ ਕਹਿੰਦੇ ਮੀਟਿੰਗ ਦੀ ਹੁਣ ਲੋੜ ਨਹੀਂ, ਕੰਮ ਤੁਹਾਡਾ ਹੋ ਜਾਣਾ। ਉਹ ਗੱਲ ਨੂੰ ਅੱਜ 12-13 ਦਿਨ ਬੀਤ ਚੁੱਕੇ ਨੇ। ਇਸ ਤੋਂ ਬਾਅਦ ਵੀ ਜਦੋਂ ਸਾਨੂੰ ਡੀਜੀਐਸਸੀ ਸਾਹਿਬ ਤੋਂ ਕੋਈ ਰਿਸਪੌਂਸ ਨਹੀਂ ਮਿਲਿਆ, ਲਗਾਤਾਰ ਮੈਂ ਖੁਦ ਉਹਨਾਂ ਨਾਲ ਇਹਨਾਂ ਦੇ ਪੀਏ ਨਾਲ ਰਾਬਤਾ ਕਰਦਾ ਰਿਹਾ। ਉਹਨਾਂ ਨੇ ਵੀ ਅੱਗੇੋਂ ਮਤਲਬ ਕਿ ਪ੍ਰਗਟ ਸਿੰਘ ਵਾਂਗ ਲਾਰਾ ਹੀ ਜਿਹੜਾ ਸੀਗਾ ਉਹ ਸਾਨੂੰ ਲਗਾਇਆ। ਉਹਨਾਂ ਵੱਲੋਂ ਵੀ ਕੋਈ ਪੁਖਤਾ ਹੱਲ, ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਸਾਡੀ ਫੋਨ ਤੇ ਗੱਲ ਹੀ ਕਰਵਾ ਦਿਓ ਮੰਤਰੀ ਸਾਹਿਬ ਨਾਲ, ਪਰ ਉਹਨਾਂ ਨੇ ਗੱਲ ਵੀ ਨਹੀਂ ਕਰਵਾਈ। ਤੇ ਇੱਕ ਜਿਹੜਾ ਉਹਨਾਂ ਨੇ ਆਪਣਾ ਨੰਬਰ ਦਿੱਤਾ ਸੀਗਾ ਸਾਨੂੰ ਇੱਥੇ ਮੋਬਾਈਲ ਨੰਬਰ, ਉਹ ਬੰਦ ਆ ਰਿਹਾਗਾ ਲਗਾਤਾਰ ਹੀ। ਪਤਾ ਨਹੀਂ ਜਾਣ ਬੁੱਝ ਕੇ ਉਹਨਾਂ ਨੇ ਆਪਣਾ ਸਵਿਚ ਆਫ ਨੰਬਰ ਆ ਜਿਹੜਾ ਉਹ ਦਿੱਤਾ। ਅਸੀਂ ਲਗਾਤਾਰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਬਿਲਕੁਲ ਵੀ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ। ਤਾਂ ਮਜਬੂਰ ਹੋ ਕੇ ਸਾਨੂੰ ਅੱਜ ਸਵੇਰੇ ਪ੍ਰਗਟ ਸਿੰਘ ਦੀ ਕੋਠੀ ਅੱਗੇ ਆ ਕੇ ਇੱਥੇ ਘਰਾਓ ਕਰਨਾ ਪੈ ਰਿਹਾਗਾ, ਕਿਉਂਕਿ ਜੇਕਰ ਉਹ ਆਪਣੇ ਵਾਅਦਿਆਂ ਤੇ ਖਰੇ ਉਤਰੇ ਹੁੰਦੇ ਤਾਂ ਅਸੀਂ ਅੱਜ ਇੱਥੇ ਨਾ ਅਸੀਂ ਆਪਣਾ ਘਰ ਹੁੰਦੇ, ਅਸੀਂ ਆਪਣੀ ਤਿਆਰੀ ਕਰ ਰਹੇ ਹੁੰਦੇ। ਪਰ ਇੱਥੇ ਆ ਕੇ ਬੈਠ ਗਏ ਹੋ, ਕੀ ਲੱਗਦਾ ਇੱਥੇ ਬੈਠਣ ਨਾਲ ਹੱਲ ਨਿਕਲਿਆਊਗਾ? ਦੇਖੋ ਅਸੀਂ ਇੱਥੇ ਬੈਠੇ ਆ, ਮੁਰਦਾਬਾਦ ਕਰਾਂਗੇ, ਮਜਬੂਰ ਕਰਾਂਗੇ ਅਸੀਂ ਇਹਨਾਂ ਨੂੰ ਘਰ ਦੇ ਵਿੱਚ ਆਉਣ ਤੇ ਜੇਕਰ ਇਹ ਨਹੀਂ ਸਾਡੀ ਕੋਈ ਗੱਲ ਸੁਣਦੇ ਤਾਂ ਫਿਰ ਅਸੀਂ ਇੱਥੇ ਹੀ ਬੈਠਾਂਗੇ। ਕਿਉਂਕਿ ਪਿਛਲੀ 28 ਤਰੀਕ ਤੋਂ 1.5 ਮਹੀਨਾ ਲਗਭਗ ਹੋ ਚੁੱਕਿਆ। ਮਨੀਸ਼ ਤੇ ਜਸਵੰਤ ਜਿਹੜੇ ਹੈਗੇ ਨੇ ਟੈਂਕੀ ਦੇ ਉੱਪਰ ਡਟੇ ਹੋਏ ਨੇ, ਅਸੀਂ ਇਹਨਾਂ ਨੂੰ ਦੱਸਿਆ ਵੀ ਸੀਗਾ ਤੇ ਇਹਨਾਂ ਨੇ ਕਿਹਾ ਸੀ ਵੀ ਇਹ ਕੋਈ ਮਸਲੇ ਦਾ ਹੱਲ ਨਹੀਂ। ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਟੈਂਕੀ ਤੇ ਚਾੜਨ ਵਾਲੇ ਵੀ ਇਹੀ ਮੰਤਰੀ ਲੋਕ ਨੇਗੇ, ਕਿਉਂਕਿ ਜੇਕਰ ਇਹ ਜਿਹੜੀਆਂ ਜਾਇਜ਼ ਮੰਗਾਂ ਨੇਗੀਆਂ, ਕਿਉਂਕਿ ਸਾਡੀ ਸਿਰਫ ਜਾਇਜ਼ ਮੰਗ ਆ ਜਿਹੜੀ ਕਿ ਪੌਣੇ 5 ਸਾਲ ਤੋਂ ਸਾਡੀ ਬਿਲਕੁਲ ਭਰਤੀ ਨਹੀਂ ਆਈ ਸਮਾਜਿਕ ਸਿੱਖਿਆ ਹਿੰਦੀ ਪੰਜਾਬੀ ਦੀ। ਸਾਡੀ ਸਿਰਫ ਇਹ ਜਾਇਜ਼ ਮੰਗਾ ਵੀ ਸਾਨੂੰ ਸਾਡੀਆਂ ਪੋਸਟਾਂ ਜਿਹੜੀਆਂ ਹੈਗੀਆਂ ਨੇ ਉਹਦੀ ਭਰਤੀ ਦੇ ਦਿਓ। ਅਸੀਂ ਇਹਨਾਂ ਨੂੰ ਆਰਟੀਆਈ ਵੀ ਦਿਖਾਈਆਂ ਖਾਲੀ ਪੋਸਟਾਂ ਦੀਆਂ, ਅਸੀਂ ਇਹਨਾਂ ਨੂੰ ਉਹ ਵੀ ਦਿਖਾਇਆ ਵੀ ਸਾਡੇ ਵਿਸ਼ਿਆਂ ਦੇ ਉੱਪਰ ਹੋਰ ਜਿਹੜੇ ਵਿਸ਼ਿਆਂ ਦੇ ਅਧਿਆਪਕ ਨੇ ਉਹ ਕਿਵੇਂ ਬੱਚਿਆਂ ਨੂੰ ਪੜ੍ਹਾ ਰਹੇ ਨੇ। ਸਾਰਾ ਕੁਝ ਇਹ ਜਾਣੂ ਨੇਗੇ, ਪਰ ਇਹ ਬਾਰ-ਬਾਰ ਮਤਲਬ ਕਿ ਅਣਜਾਣ ਬਣਨ ਦੀ ਕੋਸ਼ਿਸ਼ ਕਰਦੇ ਨੇ, ਗੱਲਾਂ ਬਾਤਾਂ ਨੂੰ ਹੋਰ ਪਾਸੇ ਲੈ ਜਾਂਦੇ ਨੇ, ਕਹਿ ਦਿੰਦੇ ਨੇ ਕਿ ਮੈਂ ਤੁਹਾਡੇ ਨਾਲ 10-12-13 ਵਾਰ ਮੀਟਿੰਗ ਕਰ ਚੁੱਕਿਆਗਾ। ਪਰ ਮੈਂ ਸਿਰਫ ਇਹ ਪੁੱਛਣਾ ਚਾਹੁੰਦਾਗਾ ਪ੍ਰਗਟ ਸਿੰਘ ਜੀ ਨੂੰ ਕਿ ਮੀਟਿੰਗਾਂ ਦੇ ਵਿੱਚ ਹੱਲ ਕੀ ਨਿਕਲਿਆਗਾ ਸਾਡਾ। ਕੱਲੀਆਂ ਮੀਟਿੰਗਾਂ ਕਰਨ ਨਾਲ ਤਾਂ ਹੱਲ ਨਹੀਂ ਹੋਣਾ, ਨਾ ਸਾਨੂੰ ਕੋਈ ਮੀਟਿੰਗਾਂ ਕਰਨ ਦਾ ਚਾਅ ਚੜਿਆ ਵੀ ਅਸੀਂ ਕੋਈ ਮੀਟਿੰਗਾਂ ਕਰਨੀਆਂ ਨੇ। ਸਾਨੂੰ ਤਾਂ ਸਿਰਫ ਸਾਡੀਆਂ ਪੋਸਟਾਂ ਦਾ ਇਸ਼ਤਿਹਾਰ ਚਾਹੀਦਾ। ਪਰ ਜੇਕਰ ਹੁਣ ਇਹ ਨਹੀਂ ਸੁਣਦੇ ਹੈਗੇ, ਕਿਉਂਕਿ ਜੇ ਸੁਣਦੇ ਹੁੰਦੇ ਅਸੀਂ ਨਾ ਹੀ ਆਉਂਦੇ, ਸਾਡੇ ਨਾਲ ਇਹ ਰਾਬਤਾ ਕਰਦੇ। ਅਸੀਂ ਕੋਸ਼ਿਸ਼ ਕਰ ਰਹੇ ਸੀ ਇਹਨਾਂ ਨਾਲ ਰਾਬਤਾ ਕਰਨ ਦੀ, ਪਰ ਇਹ ਚਾਹੁੰਦੇ ਨਹੀਂ। ਇਹ ਚਾਹੁੰਦੇ ਨੇ ਕਿ ਬੇਰੁਜ਼ਗਾਰ ਇਸੇ ਤਰ੍ਹਾਂ ਹੀ ਇੱਥੇ ਸੜਕਾਂ ਦੇ ਉੱਪਰ ਰੁਲਦੇ ਰਹਿਣ ਤੇ ਹੌਲੀ-ਹੌਲੀ ਟਾਈਮ ਟੱਪ ਜਾਵੇ, ਕਿਉਂਕਿ ਚੋਣ ਜ਼ਾਬਤੇ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਚੁੱਕਿਆ। ਤੁਹਾਨੂੰ ਵੀ ਪਤਾ ਕਿਤੇ ਨਾ ਕਿਤੇ ਡੰਗ ਟਪਾਈ ਆ ਜਿਹੜੀ ਇਹ ਕਰ ਰਹੇ ਨੇਗੇ ਵੀ ਸਾਡਾ ਜਿਹੜਾ ਖੜਾ ਛੁੱਟੇ ਲੋਕਾਂ ਤੋਂ ਤੇ ਦੁਬਾਰਾ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਇਹ ਦੁਬਾਰਾ ਜਾਣ ਨੂੰ ਤਿਆਰ ਨੇ, ਕਿਉਂਕਿ ਨਵੇਂ-ਨਵੇਂ ਢਕਵਾਂਜ ਨੇ ਜਿਹੜੇ ਇਹ ਦਿਨੋਂ ਦਿਨ ਕਰ ਰਹੇ ਨੇ। ਫਿਰ ਉਸ ਦਿਨ ਇਦਾਂ ਕਿਉਂ ਕਹਿ ਰਹੇ ਸੀਗੇ ਵੀ ਤੁਸੀਂ ਜੇ ਤਾਂ ਮੇਰੇ ਨਾਲ ਗੱਲ ਕਰਨੀ ਹੁੰਦੀ ਫਿਰ ਤਾਂ ਤੁਸੀਂ 10 ਵਜੇ ਵੀ ਆ ਜਾਂਦੇ, ਜੇ ਤਾਂ ਤੁਸੀਂ ਜਾਣਾ ਲੀਡਰੀ 'ਚ ਫਿਰ ਤੁਸੀਂ ਉਸ ਹਿਸਾਬ ਨਾਲ ਆਉਂਦੇ। ਹਾਂਜੀ, ਇਹਨਾਂ ਨੇ ਇਹ ਗੱਲ ਕਹੀ ਸੀ। ਦੇਖੋ 10 ਵਜੇ ਅਸੀਂ ਆਵਾਂਗੇ, ਸਾਨੂੰ ਇੱਥੇ ਕੋਈ ਨੇੜੇ ਵੀ ਨਹੀਂ ਫੜਕਣ ਦਿੰਦਾ। ਤੁਸੀਂ ਦੇਖਦੇ ਹੋ ਅਸੀਂ ਅੱਗੇ, ਇਹ ਅਸੀਂ ਦੂਜੀ ਦਫਾ ਆਏ ਆ। ਅਸੀਂ ਅਨੇਕਾਂ ਵਾਰ ਪ੍ਰਗਟ ਸਿੰਘ ਜੀ ਦੀ ਕੋਠੀ ਅੱਗੇ ਘਰਾਓ ਕਰਨ ਆਏ ਆ, ਸਾਨੂੰ ਇੱਥੇ ਬੈਰੀਕੇਡ ਲਗਾ ਕੇ ਰੋਕ ਦਿੱਤਾ ਜਾਂਦਾ, ਡਾਂਗਾ ਸੋਟੀਆਂ ਸਾਡੇ ਮਾਰੀਆਂ ਜਾਂਦੀਆਂ ਨੇ, ਧੀਆਂ ਭੈਣਾਂ ਨਾਲ ਜਿਹੜੀ ਹੈਗੀ ਬੇਇੱਜ਼ਤੀ ਇਹਨਾਂ ਦੀ ਕੀਤੀ ਜਾਂਦੀ ਆ।
ਤਾਂ ਮਜਬੂਰਨ ਹੋ ਕੇ ਸਾਨੂੰ ਇੱਥੇ ਆਉਣਾ ਪੈਂਦਾ, ਕਿਉਂਕਿ ਸਾਡੇ ਕੋਲ ਉਹ ਚਾਰਾ ਹੀ ਨਹੀਂ ਹੈਗਾ ਕੋਈ। ਜਾਂ ਤਾਂ ਇਹ ਹੋਵੇ ਵੀ ਅਸੀਂ ਇੱਥੇ ਆਉਣੇ ਆ ਤਾਂ ਸਾਨੂੰ ਨਾਲ ਦੀ ਨਾਲ ਸਾਡੀ ਮੀਟਿੰਗ ਕਰਵਾਉਣ ਜਾਂ ਸਾਡਾ ਕੋਈ ਹੱਲ ਕਰਨ, ਪਰ ਹੁਣ ਮੀਟਿੰਗਾਂ ਦਾ ਸਮਾਂ ਵੀ ਲੰਘ ਚੁੱਕਿਆ ਗਾ, ਕਿਉਂਕਿ ਅਸੀਂ ਹੁਣ ਕੋਈ ਮੀਟਿੰਗ ਨਹੀਂ ਲੈਣੀ ਹੈਗੀ, ਨਾ ਸਾਨੂੰ ਮੀਟਿੰਗ ਦੀ ਲੋੜ ਆ। ਸਿਰਫ ਸਾਡਾ ਜਿਹੜਾ ਇਸ਼ਤਿਹਾਰ ਆ ਉਹ ਜਾਰੀ ਹੋਵੇ ਬਸ। ਜਿਵੇਂ ਤੁਹਾਡੇ ਲੋਕ ਕਿਹਾ ਗਿਆ ਕਿ ਕੋਈ ਹੋਰ ਟੀਚਰ ਦੂਸਰੀ ਪੜ੍ਹਾਈ ਕਰਾਉਂਦਾ, ਜਿਵੇਂ ਹਿੰਦੀ ਵਾਲਾ ਟੀਚਰ ਸਮਾਜਿਕ ਸਿੱਖਿਆ ਪੜ੍ਹਾ ਰਿਹਾ, ਇਹਦੇ ਨਾਲ ਤਾਂ ਬੱਚਿਆਂ ਦਾ ਵੀ ਕੋਈ ਖਰਾਬ। ਬਿਲਕੁਲ, ਸਮਾਜਿਕ ਸਿੱਖਿਆ ਦਾ ਜਿਹੜਾ ਵਿਸ਼ਾ ਹੈਗਾ ਉਹਨੂੰ ਅੰਗਰੇਜ਼ੀ ਵਾਲਾ ਅਧਿਆਪਕ ਪੜ੍ਹਾ ਰਿਹਾ ਹੈਗਾ, ਤੇ ਪੰਜਾਬੀ ਵਿਸ਼ੇ ਨੂੰ ਮੈਥ ਵਾਲਾ ਅਧਿਆਪਕ ਪੜ੍ਹਾ ਰਿਹਾ, ਤੇ ਹਿੰਦੀ ਨੂੰ ਸਾਇੰਸ ਵਾਲਾ ਪੜ੍ਹਾ ਰਿਹਾ। ਪਰ ਉਦੋਂ ਉਹਨਾਂ ਨੇ ਕਲੀਅਰ ਕੀਤਾ ਸੀਗਾ, ਕਹਿੰਦੇ ਵੀ 9000 ਪੋਸਟਾਂ ਦੇ ਵਿੱਚ ਹੁਣ ਕੱਲੇ ਨੂੰ ਤਾਂ ਅਸੀਂ ਦੇ ਨਹੀਂ ਸਕਦੇ, ਉਹਦੇ ਵਿੱਚ ਤਾਂ ਹਰਕਤ ਦੀ ਹੋਏਗੀ। ਉਹ ਕਹਿੰਦੇ ਵੀ ਇਸ ਗੱਲ ਨੂੰ ਸਮਝ ਨਹੀਂ ਰਹੇ। ਦੇਖੋ, ਅਸੀਂ ਇਹਨਾਂ ਨੂੰ ਖਾਲੀ ਪੋਸਟਾਂ ਦਾ ਇਸ਼ਤਿਹਾਰ ਆਰਟੀਆਈਆਂ ਦੇਤੀਆਂ, ਇਹਨਾਂ ਨੇ ਵੀ ਦੇਖ ਲਿਆ ਵੀ ਪੋਸਟਾਂ ਬਹੁਤ ਖਾਲੀ ਨੇ ਸਾਡੇ ਵਿਸ਼ਿਆਂ ਦੀਆਂ, ਅਸੀਂ ਹੋਰ ਵਿਸ਼ਿਆਂ ਦੀਆਂ ਨਹੀਂ ਦਿੱਤੀਆਂ, ਆਪਣੇ ਵਿਸ਼ਿਆਂ ਦੀਆਂ। ਔਰ ਸਾਡਾ ਤਾਂ 20000 ਬੰਦੇ ਜਿਹੜੇ ਹੈਗੇ ਨੇ ਟੈਟ ਪਾਸ ਨੇ, ਇਹ ਤਾਂ ਵਾਅਦਾ ਕਰਕੇ ਅਸੀਂ ਘਰ ਘਰ ਨੌਕਰੀ ਦੇਣ ਦਾ, ਅਸੀਂ ਤਾਂ ਘਰ ਘਰ ਨੌਕਰੀ ਦੀ ਵੀ ਮੰਗ ਨਹੀਂ ਕਰ ਰਹੇ, ਅਸੀਂ ਤਾਂ ਸਿਰਫ ਇੰਨੀ ਕੁ ਮੰਗ ਕਰ ਰਹੇ ਹਾਂ ਵੀ ਜਿੰਨੇ ਕੁ ਅਸੀਂ ਕੁਆਲੀਫਿਕੇਸ਼ਨ ਰੱਖਦੇ ਹਾਂ। ਤੁਸੀਂ ਇਹ ਦੇਖੋ ਵੀ 20000 ਬੰਦਾ ਟੈਟ ਪਾਸ ਆ ਸਮਾਜਿਕ ਸਿੱਖਿਆ ਹਿੰਦੀ ਪੰਜਾਬੀ ਦਾ, ਅਸੀਂ ਮੰਗ 9000 ਰਹੇ ਹਾਂ। ਅਸੀਂ 20000 ਵੀ ਮੰਗ ਸਕਦੇ ਹਾਂ, 9000 ਅਸੀਂ ਕਿਉਂ ਮੰਗ ਰਹੇ ਹਾਂ? ਕਿਉਂਕਿ ਸਾਨੂੰ ਪਤਾ ਅਸਾਮੀਆਂ ਖਾਲੀ ਨੇ, ਸਰਕਾਰ ਦੇ ਸਕਦੀ ਆ, ਪਰ ਸਰਕਾਰ ਕਿਤੇ ਨਾ ਕਿਤੇ ਇਹ ਚੀਜ਼ ਤੋਂ ਭੱਜ ਰਹੀ ਆ, ਕਿਉਂਕਿ ਅਸਾਮੀਆਂ ਦੇ ਨਾਲ ਕੋਈ ਸਾਨੂੰ ਜੁਆਇਨਿੰਗ ਲੈਟਰ ਨਹੀਂ ਮਿਲ ਜਾਣੇ। ਅੱਗੇ ਵੀ ਸਾਡਾ ਜਿਹੜਾ ਐਗਜ਼ਾਮ ਹੋਣਾ, ਟੈਸਟ ਹੋਣਾਗਾ, ਕੰਪੀਟੀਟਿਵ ਐਗਜ਼ਾਮ ਹੋਣਾ, ਸਕਰੀਨਿੰਗ ਟੈਸਟ ਸਾਡਾ ਹੋਣਾ, ਉਹਦੇ ਵਿੱਚ ਜਿਹੜਾ ਸਾਥੀ ਮੈਰਿਟ ਦੇ ਵਿੱਚ ਆਊਗਾ ਜੌਬ ਤੇ ਲੱਗੂਗਾ। ਅਸੀਂ ਤਾਂ ਪਹਿਲਾਂ ਹੀ 140 40 45 ਨੰਬਰ ਲਈ ਬੈਠੇ ਆ 150 ਦੇ ਵਿੱਚੋਂ। ਪਰ ਇਹ ਕਿਤੇ ਨਾ ਕਿਤੇ ਇਹ ਗੱਲ ਨੂੰ ਮਤਲਬ ਕਿ ਜਾਣਦੇ ਇਹ ਸਾਰਾ ਕੁਝ ਨੇ, ਕੇਵਲ ਇਹ ਮੀਡੀਆ ਸਾਹਮਣੇ ਮੀਡੀਆ ਨੂੰ ਗੁੰਮਰਾਹ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਇਹ ਗੱਲ ਕਹਿ ਕੇ ਕਿ ਮੈਂ 12 13 ਵਾਰ ਮੀਟਿੰਗ ਕਰ ਲਈ ਜਾਂ ਇਹਨਾਂ ਦਾ ਕੰਮ ਛੇਤੀ ਹੋ ਰਿਹਾ, 3 ਮਹੀਨੇ ਤਾਂ ਸਾਨੂੰ ਹੋ ਗਏ ਇੱਥੇ ਲਗਾਤਾਰ ਆਉਂਦਿਆਂ ਨੂੰ। ਕਿੱਡਾ ਕੰਮ ਆਗਾ ਜਿਹੜਾ ਮਤਲਬ ਹੋ ਹੀ ਨਹੀਂ ਰਿਹਾ ਹੈਗਾ। ਐਡਾ ਤਾਂ ਕੋਈ ਖਾਸ ਕੰਮ ਹੈ ਨਹੀਂਗਾ, ਕਿਉਂਕਿ ਨਾ ਸਾਡੀ ਕੋਈ ਪੱਕੇ ਹੋਣ ਦੀ ਮੰਗ ਆ, ਨਾ ਸਾਡੀ ਕੋਈ ਇਹ ਮੰਗ ਆ ਵੀ ਸਾਡੀ ਤਨਖਾਹ 5000 ਤੋਂ ਭਾਈ 60000 ਕਰ ਦਿਓ। ਸਾਡਾ ਤਾਂ ਵੀ ਪੋਸਟਾਂ ਆਉਣੀਆਂ ਨੇ, ਅੱਗੇ ਜਾ ਕੇ ਪਤਾ ਨਹੀਂ ਅਸੀਂ ਉਹਦੇ ਵਿੱਚ ਕੰਪੀਟ ਕਰਕੇ ਲੱਗਣਾ ਜਾਂ ਨਹੀਂ ਲੱਗਣਾ। ਪਰ ਕਿਤੇ ਨਾ ਕਿਤੇ ਇਹਨਾਂ ਵੱਲੋਂ ਜਿਹੜਾ ਹੈਗਾਗਾ ਉਹ ਲਾਏ ਜਾ ਰਹੇ ਨੇ, ਡੰਗ ਟਪਾਉਣ ਦਾ ਜਿਹੜਾ ਨੀਤੀ ਤੇ ਇਹ ਚੱਲ ਰਹੇ ਨੇ। ਪਰ ਅਸੀਂ ਵੀ ਉਹਨਾਂ ਟਾਈਮ ਚੈਨ ਨਾਲ ਨਹੀਂ ਬੈਠਾਂਗੇ ਜਿੰਨਾ ਟਾਈਮ ਅਸੀਂ ਆਪਣੇ ਹੱਕ ਆ ਜਿਹੜੇ ਸਮਾਜਿਕ ਸਿੱਖਿਆ ਹਿੰਦੀ ਪੰਜਾਬੀ ਦਾ ਇਸ਼ਤਿਹਾਰ ਨਹੀਂ ਲੈ ਲੈਂਦੇ। ਐਸਐਨਡੀਪੀ ਜੀ ਇਹਨਾਂ ਨੇ ਲੈਟਰ ਜਾਰੀ ਕੀਤੀ ਸੀਗੀ, ਪਰ ਉਹਨੂੰ ਬਾਅਦ ਦੇ ਵਿੱਚ ਕਲੈਰੀਕਲ ਮਿਸਟੇਕ ਕਹਿ ਦਿੱਤਾ ਗਿਆ ਸੀ ਕਿ ਜਿਹਦੇ ਵਿੱਚ ਕਿਹਾ ਗਿਆ ਸੀ ਵੀ ਜਿਹੜੇ ਧਰਨਾ ਲਾਉਂਦੇ ਨੇ ਜਾਂ ਜਿਹੜੇ ਸਰਕਾਰ ਵਿਰੋਧ ਨਾਰੇ ਲਾਉਂਦੇ ਨੇ ਉਸ ਟਾਈਮ ਡੀਜੇ ਲੱਗ ਜਾਣਾ ਚਾਹੀਦਾ ਆ। ਉਹ ਡੀਜੇ ਦੇ ਵਿੱਚ ਧਾਰਮਿਕ ਗੀਤ ਜਾਂ ਗੁਰਬਾਣੀ ਲੱਗ ਜਾਣੀ ਚਾਹੀਦੀ ਕਿ ਉਹ ਨਾਰੇ ਜਿਹੜੇ ਨੇ ਉਹ ਸੀਐਮ ਤੱਕ ਜਾਂ ਮਿਨਿਸਟਰਾਂ ਤੱਕ ਨਾ ਪਹੁੰਚਣ। ਫਿਰ ਬਾਅਦ ਚ ਉਹਨੂੰ ਕਲੈਰੀਕਲ ਮਿਸਟੇਕ ਕਹਿ ਦੇਣਾ, ਉਹਨੂੰ ਕਿਵੇਂ ਦੇ? ਬਿਲਕੁਲ, ਇਹਨਾਂ ਨੇ ਲੈਟਰ ਕੱਢਿਆ ਸੀਗਾ, ਖੈਰ ਉਹ ਪਤਾ ਲੱਗਿਆ ਵੀ ਇਹਨਾਂ ਨੇ ਉਹ ਲੈਟਰ ਵਾਪਸ ਵੀ ਲੈ ਲਿਆ। ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਨਾਰੇ ਲਾਉਣ ਦੀ ਲੋੜ ਕਿਉਂ ਪੈ ਰਹੀ ਹੈਗੀ, ਕਿਉਂ ਜਿਹੜੇ ਬੇਰੁਜ਼ਗਾਰ ਨੇ। ਕੱਲ ਤੁਸੀਂ ਮਾਨਸਾ ਦੀ ਘਟਨਾ ਦੇਖੀ ਹੋਊਗੀ, ਮੁੱਖ ਮੰਤਰੀ ਚੰਨੀ ਸਾਹਿਬ ਉੱਥੇ ਆਏ ਹੋਏ ਸੀਗੇ, ਸਾਡੀ ਜਥੇਬੰਦੀ ਵੱਲੋਂ ਬੀਐਡ ਟੈਟ ਪਾਸ ਵੱਲੋਂ ਸਾਡੀਆਂ ਭੈਣਾਂ ਵੱਲੋਂ ਚੰਨੀ ਸਾਹਿਬ ਦੇ ਮੂੰਹ ਤੇ ਮੁਰਦਾਬਾਦ ਕੀਤੀ ਗਈ ਆ। ਉਸ ਤੋਂ ਬਾਅਦ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਵਹਿਸ਼ੀਆਨਾ ਤਰੀਕੇ ਦੇ ਨਾਲ ਇਹਨਾਂ ਦੇ ਜਿਹੜੇ ਸਿਕਿਉਰਿਟੀ ਦੇ ਵਿੱਚ ਡੀਐਸਪੀ ਸਾਹਿਬ ਸੀਗੇ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਅਣਮਨੁੱਖੀ ਤਰੀਕੇ ਦੇ ਨਾਲ ਡਾਂਗਾਂ ਨੇ ਜਿਹੜੀਆਂ ਉਹ ਮਾਰੀਆਂ ਨੇ, ਕਿਸ ਤਰ੍ਹਾਂ ਹੁੱਜਾਂ ਮਾਰੀਆਂ ਨੇ। ਇਸ ਤਰ੍ਹਾਂ ਦਾ ਕੋਈ ਡੰਗਰਾਂ ਨੂੰ ਵੀ ਨਹੀਂ ਕੁੱਟਦਾ, ਜਿਹੜੇ ਤਰੀਕੇ ਨਾਲ ਉਹਨਾਂ ਨੇ ਉੱਥੇ ਕੁੱਟ ਜਿਹੜੀ ਹੈਗੀ ਸਾਡੇ ਬੇਰੁਜ਼ਗਾਰ ਕੁੱਟੇ ਨੇਗੇ। ਪਰ ਇੱਕ ਸਵਾਲ ਆ ਵੀ ਅਸੀਂ ਇਹੀ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਵਾਜ਼ ਨਾ ਦਬਾਓ, ਸਾਡੀ ਆਵਾਜ਼ ਦਬਾਉਣ ਦੀ ਬਜਾਏ ਤੁਸੀਂ ਸਾਡੀ ਗੱਲ ਸੁਣੋ, ਸਾਡਾ ਹੱਲ ਕਰੋ। ਇਹ ਨਹੀਂ ਹੈਗਾ ਵੀ ਮੁਰਦਾਬਾਦ ਦੀ ਆਵਾਜ਼ ਨੂੰ ਕੌਣ ਦਬਾ ਸਕਦਾਗਾ? ਮੁਰਦਾਬਾਦ ਤਾਂ ਹੋਊਗੀ, ਅੱਗੇ ਵੀ ਸਾਡਾ ਐਲਾਨ ਆ, ਜਿੱਥੇ ਵੀ ਮੁੱਖ ਮੰਤਰੀ ਸਾਹਿਬ ਜਾਣਗੇ, ਜਿੱਥੇ ਵੀ ਸਾਡਾ ਹੱਥ ਪਊਗਾ ਅਸੀਂ ਮੁਰਦਾਬਾਦ ਕਰਾਂਗੇ। ਅਸੀਂ ਨਹੀਂ ਟਲਦੇ ਹੈਗੇ, ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ, ਪਰ ਉਹ ਵਾਅਦਾ ਕਰਨ ਵਾਲਾ ਬੰਦਾ ਬਦਲਤਾ। ਪਰ ਸਰਕਾਰ ਤਾਂ ਕਾਂਗਰਸ ਦੀ ਆ ਕਿ ਪਾਰਟੀ ਦਾ ਚੇਂਜ ਹੋਈ ਨਹੀਂ ਹੈਗੀ। ਇਸ ਕਰਕੇ ਜਿੱਥੇ ਵੀ ਸਾਨੂੰ ਮਿਲਣਗੇ, ਅਸੀਂ ਪ੍ਰਗਟ ਸਿੰਘ ਜੀ ਨੂੰ ਵੀ ਕਹਿ ਕੇ ਗਏ ਸੀ ਵੀ ਜਿੱਥੇ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਜਾਓਗੇ ਹੁਣ, ਕਿਉਂਕਿ ਸਾਡਾ ਵੀ ਸਬਰ ਦਾ ਜਿਹੜਾ ਬੰਨ ਆ ਉਹ ਭਰ ਚੁੱਕਿਆ ਹੈਗਾ, ਟੁੱਟ ਚੁੱਕਿਆ ਹੈਗਾ, ਤਾਂ ਅਸੀਂ ਵੀ ਇੱਥੇ ਮੁਰਦਾਬਾਦ ਕਰਾਂਗੇ ਉਹਨਾਂ ਦੇ ਹਲਕੇ ਦੇ ਵਿੱਚ ਜਾ ਕੇ, ਜੇਕਰ ਸਾਡਾ ਜਿਹੜਾ ਇਹਨਾਂ ਦੇ ਹੱਲ ਜਿਹੜਾ ਨਹੀਂ ਕੀਤਾ। ਅਗਲਾ ਕੀ ਐਕਸ਼ਨ ਹੈ ਤੁਹਾਡਾ? ਅਗਲਾ ਅਸੀਂ ਫਿਲਹਾਲ ਇੱਥੇ ਬੈਠੇ ਆ, ਅੱਗੇ ਸਾਡੇ ਸਾਥੀ ਜਿਹੜੇ ਹੋਰ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹ ਚੱਲੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ। ਅਸੀਂ ਇੱਥੇ ਆ ਕੇ ਬਹਿ ਗਏ ਆ, ਉਹ ਵੀ ਸਾਡੇ ਨਾਲ ਆ ਰਹੇ ਨੇ। ਅੱਗੇ ਅਸੀਂ ਪਲੈਨਿੰਗ ਜਿਹੜੀ ਕਰਦੇ ਆ, ਕਿਉਂਕਿ ਸਾਨੂੰ ਹੁਣ ਨਾਲ ਦੀ ਨਾਲ ਜਿਹੜਾ ਆਪਣੇ ਇਸ਼ਤਿਹਾਰ ਦੇ ਨਾਲ ਸਾਨੂੰ ਉਹ ਸਾਥੀ ਦੀ ਵੀ ਫਿਕਰ ਆ ਜਿਹੜਾ ਟੈਂਕੀ ਦੇ ਉੱਪਰ, ਜਿਹਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈਗੀ। ਅਸੀਂ ਤਾਂ ਉਹਨੂੰ ਬੇਨਤੀ ਵੀ ਕੀਤੀ ਸੀ ਵੀ ਇਹ ਢੀਠ ਨੇਗੇ, ਇਹਨਾਂ ਨੂੰ ਕੋਈ ਇਹਨਾਂ ਦੀ ਸਿਹਤ ਤੇ ਅਸਰ ਨਹੀਂ ਹੈਗਾ। ਤੁਸੀਂ ਟੈਂਕੀਆਂ ਵਾਲਾ ਜ਼ਿਕਰ ਕਰ ਰਹੇ ਹੋ, ਉੱਥੇ ਤਾਂ ਸੀਐਮ ਸਾਹਿਬ ਨੇ ਵੀ ਕਹਿਤੇ ਦਿੱਤਾ ਜਦੋਂ ਤੁਹਾਡੇ ਸਾਥੀ ਮਹਿਲ ਕਲਾਂ ਗਏ ਸੀਗੇ, ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਖਲਲ ਪਾਉਂਦੇ ਨੇ, ਜਿਹੜੇ ਟੈਂਕੀਆਂ ਤੇ ਬੈਠੇ ਨੇ, ਇਹਨਾਂ ਤੇ ਪਰਚੇ ਹੋ ਜਾਣੇ ਚਾਹੀਦੇ ਨੇ। ਬਿਲਕੁਲ, ਚਲੋ ਮਹਿਲ ਕਲਾਂ ਗਏ ਨੇ, ਉੱਥੇ ਵੀ ਸਾਡੇ ਬੀਐਡ ਟੈਟ ਪਾਸ ਸਾਥੀਆਂ ਵੱਲੋਂ ਮੁਰਦਾਬਾਦ ਮੁੱਖ ਮੰਤਰੀ ਦੀ ਕੀਤੀ ਗਈ, ਤੇ ਉੱਥੇ ਇਹਨਾਂ ਨੇ ਆਕਰੋਸ਼ ਦੇ ਵਿੱਚ ਆ ਕੇ ਬਿਆਨ ਦਿੱਤਾ ਸੀਗਾ ਕਿ ਇਹ ਜਿਹੜੇ ਟੈਂਕੀਆਂ ਦੇ ਉੱਪਰ ਚੜ੍ਹਦੇ ਨੇ ਜਾਂ ਇੱਥੇ ਜਿਹੜੇ ਮੁਰਦਾਬਾਦ ਕਰਦੇ ਨੇ, ਇਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਣ। ਤਾਂ ਅਸੀਂ ਵੀ ਖੁੱਲੇ ਤੌਰ ਤੇ ਇਹਨਾਂ ਨੂੰ ਐਲਾਨ ਕਰਤਾ ਸੀ ਵੀ ਤੁਸੀਂ ਜਿੰਨੇ ਪਰਚੇ ਦਰਜ ਕਰ ਰਹੇ ਨੇ ਕਰ ਦਿਓ, ਸਾਨੂੰ ਕੋਈ ਪਰਵਾਹ ਨਹੀਂ ਹੈਗੀ।
ਗੋਲੀ ਦਾ ਆਰਡਰ ਦੇਣਾ ਉਹ ਵੀ ਦੇ ਦਿਓ ਸਾਨੂੰ, ਤਾਂ ਵੀ ਕੋਈ ਪਰਵਾਹ ਨਹੀਂ, ਕਿਉਂਕਿ ਰੁਜ਼ਗਾਰ ਨਹੀਂ ਮਿਲਦਾ, ਰੁਜ਼ਗਾਰ ਤੋਂ ਬਿਨਾਂ ਅਸੀਂ ਵੈਸੇ ਹੀ ਮਰੇ ਪਏ ਆਂਗੇ। ਪਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜਾ ਇੱਕ ਮੁੰਡਾ ਕਹਿੰਦੇ ਨੇ ਵੀ ਉਹਨੂੰ ਪਿੱਛੇ ਜੇ ਸਾਡੀ ਉਹਨਾਂ ਨਾਲ ਮੀਟਿੰਗ ਵੀ ਹੋਈ ਹੈਗੀ, ਚੰਨੀ ਸਾਹਿਬ ਨਾਲ ਵੀ ਸਾਡੀ 3 ਵਾਰੀ ਮੀਟਿੰਗ ਹੋ ਚੁੱਕੀ ਆ, ਬਿਨਾਂ ਲਾਰੇ ਤੋਂ ਸਾਨੂੰ ਕੁਝ ਨਹੀਂ ਮਿਲਿਆ ਹੈਗਾ। ਤਾਂ ਪਰ ਉਹ ਸਾਥੀ ਜਿਹੜਾ ਆਪਣੀ ਜਾਨ ਜੋਖਮ ਦੇ ਵਿੱਚ ਪਾਈ ਬੈਠਾ ਹੈਗਾ, ਉਹਦੇ ਬਾਰੇ ਸੋਚਣਾ ਚਾਹੀਦਾ, ਉਹਨੂੰ ਲੋੜ ਕੀ ਪੈ ਗਈ। ਇਹ ਕਹਿੰਦੇ ਨੇ ਵੀ 20 22 ਨੰਬਰਾਂ ਵਾਲੇ ਟੈਂਕੀ ਤੇ ਚੜੇ ਨੇ। ਅਸੀਂ ਪ੍ਰਗਟ ਸਿੰਘ ਜੀ ਨੂੰ ਇਹ ਵੀ ਕਿਹਾ ਸੀ ਵੀ ਤੁਹਾਡੇ ਕੋਲੇ ਡਿਪਾਰਟਮੈਂਟ ਆ, ਤੁਸੀਂ ਜਿਹੜੇ ਸਾਥੀ ਟੈਂਕੀ ਦੇ ਉੱਪਰ ਬੈਠੇ ਨੇ ਉਹਨਾਂ ਦੀ ਡਿਟੇਲ ਕਢਵਾਓ, ਪਤਾ ਕਰਾਓ ਵੀ 150 ਦੇ ਵਿੱਚੋਂ ਕਿੰਨੇ ਕਿੰਨੇ ਨੰਬਰ ਨੇ ਉਹਨਾਂ ਦੇ, 132 32 35 35 ਨੰਬਰ ਨੇ ਉਹਨਾਂ ਦੇ ਜਿਹੜੇ ਉਹ ਟੈਂਕੀ ਦੇ ਉੱਪਰ ਬੈਠੇ ਨੇ। ਇੰਟੈਲੀਜੈਂਟ ਬੰਦੇ ਨੇ ਉਹ, ਕੋਈ ਊਂ ਨਹੀਂ ਚੜੇ ਹੈਗੇ। ਪਰ ਕਿਤੇ ਨਾ ਕਿਤੇ ਇਹ ਮੀਡੀਆ ਦੇ ਵਿੱਚ ਗੁੰਮਰਾਹ ਕਰਨ ਬਿਆਨ ਦੇ ਕੇ ਮੀਡੀਆ ਦੇ ਸਵਾਲਾਂ ਤੋਂ ਬਚਣਾ ਚਾਹੁੰਦੇ ਨੇ। ਅਸੀਂ ਤਾਂ ਕਹਿੰਦੇ ਆ ਵੀ ਕਦੋਂ ਮਰਜ਼ੀ ਸਾਡੇ ਨਾਲ ਟਾਕ ਜਿਹੜਾ ਹੈਗਾ ਫੇਸ ਟੂ ਫੇਸ ਗੱਲ ਕਰ ਲੈਣ, ਜੇਕਰ ਅਸੀਂ ਸਾਡੀਆਂ ਗੱਲਾਂ ਦਾ ਇਹਨਾਂ ਕੋਲ ਜਵਾਬ ਹੈਗਾ ਤਾਂ ਦੇ ਦੇਣ ਇਹ। ਧੰਨਵਾਦ। ਅੱਜ ਅਧਿਆਪਕਾਂ ਵੱਲੋਂ ਤੜਕੇ ਜੋ ਪ੍ਰਗਟ ਸਿੰਘ ਦੇ ਘਰ 'ਚ ਹੱਲਾ ਬੋਲ ਕੀਤਾ, ਅਧਿਆਪਕਾਂ ਨਾਲ ਵੀ ਗੱਲ ਕੀਤੀ ਹੈ। ਉਹਨਾਂ ਦਾ ਇਹੀ ਕਹਿਣਾ ਕਿ ਹੁਣ ਅਸੀਂ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਕਰਾਂਗੇ, ਬਸ ਅਸੀਂ ਆਪਣਾ ਨੋਟੀਫਿਕੇਸ਼ਨ ਜੋ ਲੈ ਕੇ ਹੀ ਜਾਵਾਂਗੇ। ਪੰਜਾਬ ਟੀਵੀ ਦੇ ਲਈ ਜਲੰਧਰ ਤੋਂ ਕੈਮਰਾਮੈਨ ਸੰਜੇ ਦੇ ਨਾਲ ਕੁਲਦੀਪ ਦੀ ਰਿਪੋਰਟ।